आकाशवाणी चंडीगढ़। कुछ नज़म विच एक उस्ताद सत श्री अकाल जी, तुसी सुन रहे हो GT रोड FM ਤੇ ਮੈਂ ਵਰਿੰਦਰ ਔਲਖ ਆਪ ਸਭ ਦਾ ਸਵਾਗਤ ਕਰਦਾ ਹਾਂ। ਦੋਸਤੋ, ਪਿਛਲੇ ਦਿਨੀ ਇੱਕ ਗੀਤ ਬਹੁਤ ਵਿਵਾਦ ਦੇ ਵਿੱਚ ਰਿਹਾ, ਬਹੁਤ ਚਰਚਾ ਦੇ ਵਿੱਚ ਰਿਹਾ, ਜਿਸ ਦਾ ਨਾਮ ਹੈ ਸੰਜੂ। ਉਸ ਗੀਤ ਨੂੰ ਗਾਉਣ ਵਾਲੇ ਸਿੱਧੂ ਮੂਸੇਵਾਲਾ ਉਹ ਵੀ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੇ ਆ। ਇਸ ਮਸਲੇ ਦੇ ਉੱਪਰ ਬਹੁਤ ਸਾਰੇ ਲੋਕਾਂ ਨੇ ਆਪਣੇ ਵਿਚਾਰ ਦਿੱਤੇ, ਬਹੁਤ ਮੀਡੀਆ ਦੇ ਵਿੱਚ ਖਬਰਾਂ ਦੇ ਵਿੱਚ ਇਹ ਮਸਲਾ ਛਾਇਆ ਰਿਹਾ, ਪਰ ਕਿਸੇ ਨੇ ਵੀ ਇਸ ਮਸਲੇ ਦੇ ਉੱਪਰ ਨੌਜਵਾਨਾਂ ਦੀ ਰਾਏ ਨਹੀਂ ਲਈ। ਜਦੋਂ ਕਿ ਮਸਲਾ ਪੂਰਾ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਹੈ, ਨੌਜਵਾਨਾਂ ਦੀ ਕਿਸੇ ਨੇ ਰਾਏ ਜਾਣਨ ਦੀ ਖੇਚਲ ਨਹੀਂ ਕੀਤੀ। ਅੱਜ ਅਸੀਂ ਇਸੇ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ। ਸਾਡੇ ਨਾਲ ਹੋਣਗੇ ਕਰਮਜੀਤ ਸਿੰਘ ਜੀ ਮਾਣੂਕੇ, ਉਹਨਾਂ ਦੇ ਜੋ NBS ਦੇ ਸੂਬਾ ਕਮੇਟੀ ਦੇ ਮੈਂਬਰ ਨੇ, ਜਿਹੜੇ ਇਨਵਾਈਟੀ ਮੈਂਬਰ ਨੇ, ਔਰ PSU ਦੇ ਜਨਰਲ ਸਕੱਤਰ ਰਹਿ ਚੁੱਕੇ ਨੇ। ਔਰ ਸਾਡੇ ਨਾਲ ਹੋਣਗੇ ਮੀਤ ਜੀ, ਜੋ ਪੱਟੀ ਇਲਾਕੇ ਤੋਂ ਬਿਲੋਂਗ ਕਰਦੇ ਨੇ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ MA ਨੇ ਔਰ ਬਹੁਤ ਵਧੀਆ ਲਿਖ ਵੀ ਲੈਂਦੇ ਨੇ। ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਸ ਮਸਲੇ ਦੇ ਉੱਪਰ। ਸਾਡੇ ਨਾਲ ਰਮਨ ਖੋਸਾ ਗੱਲਬਾਤ ਕਰਨਗੇ। ਰਮਨ ਖੋਸਾ ਬਹੁਤ ਵਧੀਆ ਤਸਵੀਰਾਂ ਖਿੱਚਦੇ ਨੇ, ਬਹੁਤ ਵਧੀਆ ਫੋਟੋਗ੍ਰਾਫੀ ਕਰਦੇ ਨੇ, ਨਾਲ ਨਾਲ ਸਾਹਿਤਕ ਇਲਾਕਿਆਂ ਦੇ ਵਿੱਚ ਵੀ ਉਹਨਾਂ ਦਾ ਆਉਣਾ ਜਾਣਾ ਹੈ। ਸਾਹਿਤਕ ਹਲਕਿਆਂ ਦੇ ਵਿੱਚ ਵੀ ਉਹ ਜਾਣੀ ਪਹਿਚਾਨੀ ਹਸਤੀ ਨੇ ਔਰ ਉਹ 3 ਤੋਂ 4 ਕਿਤਾਬਾਂ ਦੇ ਜਿਹੜੇ ਕਵਰ ਪੇਜ ਵੀ ਬਣਾ ਚੁੱਕੇ ਨੇ। ਹੁਣ ਆਪਾਂ ਇਸ ਮਸਲੇ ਦੇ ਉੱਪਰ ਗੱਲਬਾਤ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਬਾਈ ਕਰਮਜੀਤ ਜੀ, ਮੀਤ ਜੀ ਔਰ ਰਮਨ ਖੋਸਾ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਜੀ। ਔਰ ਸਭ ਤੋਂ ਪਹਿਲਾਂ ਮੈਂ ਕਰਮਜੀਤ ਜੀ ਤੁਹਾਡਾ ਹੀ ਇਸ ਮਸਲੇ ਦੇ ਉੱਪਰ ਵਿਊ ਲੈਣਾ ਚਾਹੁੰਦਾ ਹੈ। ਤੁਹਾਨੂੰ ਕਿਸ ਤਰ੍ਹਾਂ ਇਹ ਪੂਰਾ ਮਸਲਾ ਲੱਗਦਾ ਹੈ? ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਨੇ ਗੀਤ ਗਾਇਆ, ਉਸ ਤੋਂ ਬਾਅਦ ਗੀਤ ਦੀਆਂ ਕੁਝ ਲਾਈਨਾਂ ਨੇ ਕਿ ਚੈਨਲਾਂ 'ਤੇ ਚਰਚਾ ਨਹੀਂ ਬਾਹਲੀ ਜੁੜ ਗਈ ਅਤੇ ਗੱਭਰੂ ਦੇ ਨਾਂ ਨਾਲ 47 ਜੁੜ ਗਈ, ਘੱਟੋ ਘੱਟ ਸਜ਼ਾ 5 ਸਾਲੀ ਵੱਟ 'ਤੇ ਗੱਭਰੂ 'ਤੇ ਕੇਸ ਜਿਹੜਾ ਸੰਜੇ ਦੱਤ 'ਤੇ। ਠੀਕ ਹੈ ਜੀ। ਇਸ ਮਸਲੇ ਦੇ ਉੱਪਰ ਜਿਹੜਾ ਕ੍ਰਾਈਮ ਬ੍ਰਾਂਚ ਨੇ, ਮੋਹਾਲੀ ਤੋਂ 4 ਫੇਸ ਤੋਂ ਕ੍ਰਾਈਮ ਬ੍ਰਾਂਚ ਨੇ, ਉਹਨਾਂ ਨੇ ਕੇਸ ਦਰਜ ਕੀਤਾ ਹੈ ਕਿ ਇਸ ਦੇ ਵਿੱਚ ਗਨ ਕਲਚਰ ਨੂੰ ਔਰ ਕ੍ਰਾਈਮ ਨੂੰ ਵਧਾਵਾ ਦਿੱਤਾ ਗਿਆ ਹੈ। ਇਸ ਪੂਰੇ ਮਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ? ਇੱਕ ਤਾਂ ਜੀ ਇਹ ਇਕੱਲਾ ਸਿੱਧੂ ਮੂਸੇਵਾਲੇ ਦਾ ਮਾਮਲਾ ਨਹੀਂ ਹੈਗਾ ਜੀ। ਪੰਜਾਬ ਦੀ ਜਿਹੜੀ ਜਿੰਨੀ ਅੱਜ ਦੀ ਗਾਇਕੀ ਚੱਲ ਰਹੀ ਆ ਜੀ, ਹਥਿਆਰਾਂ ਵਾਲੀ ਲੱਚਰ ਗਾਇਕੀ, ਜਦੋਂ ਇੱਕ ਸਮਾਂ ਹੁੰਦਾ ਹਰ ਇੱਕ ਗਾਇਕ ਦਾ, ਸਾਰੇ ਗਾਇਕ ਲਗਭਗ ਆਪਾਂ ਦੇਖ ਲਈਏ, ਉਹ ਸਿੱਧੂ ਮੂਸੇਵਾਲੇ ਦੀ ਗਾਇਕੀ ਸਾਰੇ ਸਿੰਗਰਾਂ ਦੀ ਗਾਇਕੀ ਨੂੰ ਹੀ ਰੀਪ੍ਰਜੈਂਟ ਕਰਦੀ ਹੈ ਜੀ। ਇਹ ਸਮੁੱਚੀ ਗਾਇਕੀ ਦਾ ਮਾਮਲਾ ਪਹਿਲਾ। ਹਾਂਜੀ। ਦੂਸਰਾ, ਇਹ ਗੀਤ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਆਇਆ, ਪੰਜਾਬ ਦੇ ਵਿੱਚ ਹਿੰਦੁਸਤਾਨ 'ਚ ਲਾਕਡਾਊਨ ਲੱਗਿਆ ਹੋਇਆ, ਹਾਂਜੀ, ਤਾਂ ਲਾਕਡਾਊਨ ਦੇ ਵਿੱਚ ਅਨੇਕਾਂ ਸਮੱਸਿਆਵਾਂ ਲੋਕਾਂ ਦੀਆਂ, ਹਾਂਜੀ, ਜਿੱਥੇ ਲੋੜ ਸੀ ਵੀ ਯੂਥ ਨੂੰ ਸਹੀ ਡਾਇਰੈਕਸ਼ਨ ਦੇ ਕੇ ਉਹਨਾਂ ਨੂੰ ਸਹੀ ਪਾਸੇ ਤੋਰਿਆ ਜਾਂਦਾ, ਲੋਕਾਂ ਦੀ ਬਾਂਹ ਫੜਦੇ, ਲੋਕਾਂ ਦੀ ਕੋਈ ਮਦਦ ਕਰਦੇ। ਜਿੱਥੇ ਸਰਕਾਰ ਪ੍ਰਸ਼ਾਸਨ ਗਲਤ ਆ, ਉੱਥੇ ਉਹਦੇ ਖਿਲਾਫ ਸੰਘਰਸ਼ ਲੋਕਾਂ ਦੀ ਅਗਵਾਈ ਕਰਦੇ। ਹਾਂਜੀ। ਉਸ ਮਾਹੌਲ ਦੇ ਵਿੱਚ ਇਹ ਗੀਤ ਆਇਆ ਜੀ। ਪਹਿਲੀ ਗੱਲ ਤਾਂ ਲਾਕਡਾਊਨ ਦੇ ਵਿੱਚ ਹਥਿਆਰ ਚਲਾਉਣ ਦੀ ਟ੍ਰੇਨਿੰਗ ਲੈਣੀ ਪੁਲਿਸ ਪਾਸੋਂ ਜੀ, ਤਾਂ ਪਰਚਾ ਹੋ ਜਾਣ ਤੋਂ ਬਾਅਦ ਹਾਂਜੀ ਤੇ ਫਿਰ ਸੰਜੂ ਗਾਣਾ ਕੱਢਣਾ ਜੀ। ਇਹ ਆਪਦੇ ਕੀਤੇ ਹੋਏ ਨੂੰ ਸਹੀ ਸਾਬਤ ਕਰਨਾ ਸੀ ਵੀ ਜੋ ਕੀਤਾ ਠੀਕ ਕੀਤਾ। ਹਾਂਜੀ ਹਾਂਜੀ। ਇਹ ਬਹੁਤ ਖਤਰਨਾਕ ਵਰਤਾਰਾ ਪਹਿਲੀ ਗੱਲ ਤਾਂ ਜੀ। ਖਤਰਨਾਕ ਇਸ ਕਰਕੇ ਕਿਉਂਕਿ ਜੋ ਗਾਇਕ ਦੀ ਪਦਵੀ ਹੈਗੀ ਆ, ਉਹ ਜਿਹਨੂੰ ਲੋਕ ਸੁਣ ਰਹੇ ਆ, ਉਹ ਜੋ ਕਹੂਗਾ ਉਹ ਤੇ ਫੁੱਲ ਚੜਾਉਣਗੇ ਲੋਕ। ਹਾਂਜੀ। ਇਹਨਾਂ ਦਾ ਆਪਦਾ ਗਾਇਆ ਹੋਇਆ ਗਾਣਾ ਵੀ ਹੈ ਸਿੱਧੂ ਮੂਸੇਵਾਲੇ ਹੋਰਾਂ ਦਾ, ਗੱਭਰੂ ਨੂੰ ਕਹਿੰਦੇ ਆ ਟਰੈਂਡ ਬੱਲੀਏ। ਬਿਲਕੁਲ ਜੀ। ਤਾਂ ਜੋ ਇਹ ਕਰਨਗੇ, ਜੇ ਹਥਿਆਰਾਂ ਦੀ ਟ੍ਰੇਨਿੰਗ ਲੈ ਰਹੇ ਆ ਲਾਕਡਾਊਨ 'ਚ, ਹਥਿਆਰਾਂ ਨੂੰ ਵਧਾਵਾ ਦੇਣ ਵਾਲੇ ਗੀਤ ਗਾ ਰਹੇ ਆ ਜੀ, ਤਾਂ ਉਹ ਨੈਚੁਰਲੀ ਹੈ ਕਿ ਟਰੈਂਡ ਬਣੂ, ਯੂਥ ਇਸ ਪਾਸੇ ਨੂੰ ਜਾਊਗਾ ਜੀ। ਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਪਰਚਿਆਂ ਦੀ ਗੱਲ ਹੋਣੀ, ਹਥਿਆਰਾਂ ਦੀ ਗੱਲ ਹੋਣੀ, ਇਹ ਵੀ ਸਮਝਣ ਵਾਲਾ ਮਾਮਲਾ। ਆਪਾਂ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਪੰਜਾਬੀ ਸੁਭਾਅ ਹਾਂਜੀ ਜਾਂ ਪੰਜਾਬ ਦੇ ਜੀ 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 ਪੰਜਾਬ ਦੇ ਜਿਹੜੇ ਲੋਕ ਆ, ਹਾਂਜੀ ਹਾਂਜੀ, ਉਹਨਾਂ ਦਾ ਪਰਚਿਆਂ ਨਾਲ, ਜੇਲ੍ਹਾਂ ਨਾਲ, ਥਾਣਿਆਂ ਨਾਲ ਬਹੁਤ ਪੁਰਾਣਾ ਵਾਹ। ਹਾਂਜੀ। ਠੀਕ ਹੈ। ਸਰਾਬਾ ਵੀ ਲੱਗਦਾ ਕਿ ਜੇਲ੍ਹਾਂ ਹੋਣ ਕਾਲਜ ਵਤਨ ਸੇਵਕਾਂ ਦੇ,
ਜੀ ਦਾਖਲ ਹੋਏ ਕਿ ਡਿਗਰੀਆਂ ਪਾ ਜਾਣਾ। ਕੀ ਬਾਤ ਹੈ ਜੀ, ਠੀਕ ਕੀ ਹੈ। ਬਾਤ ਹੈ। ਤਾਂ ਜੇ ਮੂਸੇਵਾਲਾ ਇਹ ਗੀਤ ਗਾ ਰਿਹਾ, ਯੂਥ ਸੁਣ ਰਿਹਾ, ਹਾਂਜੀ ਇਹ 'ਚ ਕੋਈ ਦੋ ਰਾਏ ਨਹੀਂ ਹੈਗੀ ਵੀ ਯੂਥ ਨਹੀਂ ਸੁਣ ਰਿਹਾ, ਯੂਥ ਦਾ ਕਸੂਰ ਨਹੀਂ ਹੈਗਾ ਤੇ ਸਿੰਗਰਾਂ ਦਾ ਸਾਰਾ ਕਸੂਰ ਹੈਗਾ। ਜੀ ਇਹ ਦੋ ਪੱਖ ਹੈ ਚੀਜ਼ ਦੇ। ਯੂਥ ਸੁਣ ਰਿਹਾ ਇਹਨੂੰ, ਜਿਹੜਾ ਉਹ ਗਾ ਰਹੇ ਆ ਤਾਂ ਹੀ ਚੱਲ ਰਹੇ ਆ। ਜੀ ਪਰ ਇਹ ਹੈ ਕਿ ਸਾਡੇ ਸਮਾਜ, ਹਰ ਇੱਕ ਸਮਾਜ ਦੀ ਆਪਦੀ ਖਾਸੀਅਤ ਹੁੰਦੀ ਹੈ। ਹਾਂਜੀ ਜਿਵੇਂ ਅਫਗਾਨੀ ਲੋਕ ਆ, ਅਸੀਂ ਪੰਜਾਬੀ ਲੋਕ ਆ, ਕਸ਼ਮੀਰੀ ਲੋਕ ਆ, ਜੀ ਸਾਡੇ ਖੂਨ ਦੇ ਵਿੱਚ ਆ ਬਗਾਵਤ। ਬਿਲਕੁਲ ਜੀ ਹਥਿਆਰਾਂ ਨੂੰ ਪਸੰਦ ਕਰਨਾ, ਪਰਚਿਆਂ ਨੂੰ ਪਸੰਦ ਕਰਨਾ, ਜੇਲ੍ਹਾਂ ਨੂੰ ਪਸੰਦ ਕਰਨਾ ਸਾਡੇ ਖੂਨ ਦੇ ਵਿੱਚ ਪਿਆ। ਜੀ ਹੁਣ ਮਾਮਲਾ ਇਹ ਹੈ ਕਿ ਇਹਨੂੰ ਡਾਇਰੈਕਸ਼ਨ ਕਿਸ ਤਰ੍ਹਾਂ ਦੀ ਦੇਣੀ ਹੈ। ਬਿਲਕੁਲ ਜੀ ਪਰਚੇ ਹੋਣੇ ਚਾਹੀਦੇ ਆ, ਜੇਲ੍ਹਾਂ 'ਚ ਜਾਣਾ ਚਾਹੀਦਾ। ਜੀ ਠੀਕ ਹੈ। ਅਸੀਂ ਇਹ ਮੋਗੇ ਇੱਕ ਦਲਿਤ ਨੌਜਵਾਨ ਦਾ ਕਤਲ ਹੋਇਆ, ਹਾਂਜੀ ਡੀਜੇ ਚੱਲ ਰਿਹਾ ਸੀਗਾ, ਹਾਂਜੀ ਫਾਇਰ ਹੋਏ ਤੇ ਉੱਥੇ ਕਤਲ ਹੋ ਗਿਆ। ਜੀ ਉਹਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਮੋਗੇ ਅਸੀਂ ਸੰਘਰਸ਼, ਜੀ ਤੁਹਾਡੀ ਆਵਾਜ਼ ਕਾਂਗਰਸੀ ਐਮਐਲਏ ਕਾਕਾ। ਜੀ ਹਾਂ ਹਾਂ ਆਵਾਜ਼ ਘੱਟ ਗਈ ਸੀ। ਬਿਲਕੁਲ ਮੈਂ ਉਹਦੇ ਬਾਰੇ, ਉਸ ਮਸਲੇ ਬਾਰੇ ਵੀ ਗੱਲਬਾਤ ਆਪਾਂ ਜ਼ਰੂਰ ਉਹ ਪੂਰੀ ਸਾਂਝੀ ਕਰੋ। ਹਾਂਜੀ 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 ਜੀ ਮੈਂ ਕਰਾਂ ਜੀ ਗੱਲ? ਹਾਂ ਹਾਂ ਬਿਲਕੁਲ ਜੀ ਜੀ ਹਾਂ, ਤਾਂ ਉਹ ਕਾਕਾ ਲੋਹਗੜ ਧਰਨੇ 'ਚ ਆਇਆ ਤੇ ਇਹ ਕਹਿੰਦਾ ਵੀ ਇਹ ਕਿਹੜਾ ਪਹਿਲਾਂ ਮਰਿਆ, ਹਾਂ ਉਹ ਵੀ ਜੀ ਮਰਦੇ ਹੀ ਰਹਿੰਦੇ ਆ। ਜੀ ਉੱਥੇ ਅਸੀਂ ਕਿਹਾ ਵੀ ਤੈਨੂੰ ਇਹ ਗੱਲ ਕਹਿੰਦੇ ਹੋਏ ਸ਼ਰਮ ਹੋਣੀ ਚਾਹੀਦੀ। ਬਿਲਕੁਲ ਮੈਂ ਉਹ ਪੂਰੀ ਵੀਡੀਓ ਵੀ ਦੇਖੀ ਸੀ ਜਿਸ ਤਰ੍ਹਾਂ ਤੁਸੀਂ ਹਾਂ ਸੰਘਰਸ਼ ਚੱਲਿਆ, ਅਸੀਂ ਜਿੱਤ ਪ੍ਰਾਪਤ ਕੀਤੀ, ਜੋ ਪਰਿਵਾਰ ਨੂੰ ਚਾਹੀਦਾ ਸੀ ਇਨਸਾਫ ਦਿਵਾਇਆ। ਤਾਂ ਹਾਂਜੀ ਅਗਲੇ ਦਿਨ ਸਾਡੇ ਤੇ 307 ਦੇ ਪਰਚੇ ਹੋ ਗਏ। ਹਾਂ ਮਾਣ ਤਾਂ ਸਾਨੂੰ ਵੀ ਬਹੁਤ ਹੋਇਆ ਸੀ ਪਰਚੇ ਹੋਣ ਦਾ, ਹਾਂ ਜੇਲ੍ਹ ਜਾਣ ਦਾ ਸਾਨੂੰ ਬਹੁਤ ਜੀ ਮਾਣ ਹੋਇਆ ਸੀ। ਜੀ ਪਰ ਗੱਲ ਇਹ ਹੈ ਕਿ ਪਰਚੇ ਆਪਾਂ ਹੋਸ਼ੇਪਨ ਨਾਲ ਕਰਾਉਣੇ ਆ ਕਿ ਲੋਕਾਂ ਖਾਤਰ ਕੋਈ ਸੰਘਰਸ਼ ਕਰਕੇ ਫਿਰ ਪਰਚੇ ਕਰਾਉਣੇ ਆ। ਕੀ ਬਾਤ ਇਹ ਤੋਂ ਹੈ ਇਨਕਾਰ ਨਹੀਂ ਕੀਤਾ ਜਾ ਸਕਦਾ ਹੈਗਾ। ਲੋਕਾਂ ਨੂੰ ਜੇ ਕਹੀਏ ਬਈ ਲੋਕ ਘਰਾਂ 'ਚ ਵੜ ਕੇ ਬਹਿ ਜਾਣ, ਜੇਲ੍ਹਾਂ 'ਚ ਵੀ ਨਾ ਜਾਓ, ਤੁਸੀਂ ਪਰਚੇ ਵੀ ਨਾ ਕਰਾਓ, ਤੁਸੀਂ ਥਾਣਿਆਂ 'ਚ ਵੀ ਨਾ ਜਾਓ, ਹਾਂਜੀ ਕਚਹਿਰੀਆਂ 'ਚ ਨਾ ਜੀ ਜਾਓ, ਦੁਨੀਆਦਾਰੀ ਤਾਂ ਅਸੀਂ ਦੁਨੀਆ ਦੇ ਵਿੱਚ ਰਹਿ ਕੇ ਹੀ ਦੇਖਾਂਗੇ। ਪਰ ਜੀ ਗੱਲ ਡਾਇਰੈਕਸ਼ਨ ਦੀ ਹੈ ਹਾਂਜੀ ਕਿ ਸਾਡੇ ਸਮਾਜ ਦੀ ਜੋ ਖਾਸੀਅਤ ਹੈਗੀ ਹੈ, ਸਾਡੇ ਖੂਨ ਦੇ ਵਿੱਚ ਬਗਾਵਤ ਆ, ਸਾਡੀ ਖੂਨ ਦੇ ਵਿੱਚ ਖਾੜਕੂਪਣਾ ਹੈਗਾ, ਉਹਨੂੰ ਜੀ ਗਲਤ ਡਾਇਰੈਕਸ਼ਨ ਜਿਹੜੀ ਹੈ ਸਿੰਗਰਾਂ ਵੱਲੋਂ ਦਿੱਤੀ ਜਾ ਰਹੀ ਹੈ। ਉਹਦੇ 'ਚ ਇਹ ਗੀਤ ਆਉਣਾ, ਇਹ ਕੱਲਾ ਗੀਤ ਨਹੀਂ, ਇਹ ਸਮੁੱਚੀ ਜਿਹੜੀ ਜੀ ਪੰਜਾਬ ਦੀ ਅੱਜ ਗਾਇਕੀ ਚੱਲਦੀ ਹੈ ਉਹਨੂੰ ਰੀਪ੍ਰੈਜ਼ੈਂਟ ਕਰ ਰਿਹਾ ਗੀਤ। ਜੀ ਮਾਮਲਾ ਬਿਲਕੁਲ ਇਕੱਲੇ ਇੱਕ ਸਿੰਗਰ ਦਾ ਨਹੀਂ ਹੈਗਾ। ਹਾਂਜੀ ਔਰ ਮੀਤ ਜੀ ਵੱਲ ਮੈਂ ਰੁਕ ਕਰਨਾ ਚਾਹੂੰਗਾ। ਹਾਂਜੀ ਮੀਤ ਜੀ, ਤੁਸੀਂ ਇਸ ਮਸਲੇ ਬਾਰੇ ਕੀ ਕਹੋਗੇ? ਜਿਸ ਤਰ੍ਹਾਂ ਕਰਮਜੀਤ ਜੀ ਨੇ ਕਿਹਾ ਹੈ ਕਿ ਥੋੜਾ ਹੋਸ਼ਾਪਨ ਨਜ਼ਰ ਆਉਂਦਾ ਹੈ ਇਸ ਗਾਇਕ ਦੇ ਜਿਹੜੇ ਗੀਤਾਂ ਦੇ ਵਿੱਚ, ਤੇ ਤੁਸੀਂ ਉਸ ਦੇ ਗੀਤਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਜੀ? ਦੇਖੋ ਜੀ, ਸਿੱਧੂ ਮੂਸੇਵਾਲਾ ਪਹਿਲੀ ਗੱਲ ਜਿਵੇਂ ਇਹਨਾਂ ਨੇ ਕਿਹਾ ਕਿ ਉਹ ਸਮੁੱਚੀ ਗਾਇਕੀ ਨੂੰ ਪੇਸ਼ ਕਰਦਾ, ਮਤਲਬ ਉਹਦੀ ਸਮੁੱਚੀ ਗਾਇਕੀ ਜਿਹੜੀ ਪੰਜਾਬੀ ਦੀ ਹੈਗੀ ਆ, ਉਹ ਮਤਲਬ ਕਿ ਇੱਕ ਉਹ ਬੰਦਾ ਟਾਰਗੇਟ ਹੋ ਰਿਹਾ ਵਾ, ਮਤਲਬ ਕਿ ਮੇਨ ਕਹਿ ਲਓ ਕਿ ਉਹ ਬੰਦਾ ਹੈਗਾ ਵਾ ਜਿਹੜਾ ਮਤਲਬ ਕਿ ਸਾਰੀ ਗਾਇਕੀ ਨੂੰ ਪੇਸ਼ ਕਰ ਰਿਹਾ ਕਿ ਪੰਜਾਬ ਦੀ ਗਾਇਕੀ ਕਿੱਦਾਂ ਦੀ ਜਾ ਰਹੀ ਜਾਂ ਕਿੱਦਾਂ ਦੇ ਲੋਕ ਇਹਨੂੰ ਪਸੰਦ ਕਰ ਰਹੇ ਨੇ। ਠੀਕ ਹੈ। ਜਿਵੇਂ ਮੈਂ ਤੁਹਾਨੂੰ ਉਦੋਂ ਕਿਹਾ ਸੀ ਕਿ ਸਿੱਧੂ ਮੂਸੇਵਾਲੇ ਨੂੰ ਮੈਂ ਇੱਕ ਤੌਰ ਤੇ ਮੰਨਦਾ, ਮੈਂ ਦੇਖਦਾ ਉਹਨੂੰ ਇੱਕ ਬਿਜ਼ਨਸਮੈਨ ਦੀ ਤਰ੍ਹਾਂ। ਬਿਲਕੁਲ ਠੀਕ ਹੈ। ਉਹ ਆ ਬਿਜ਼ਨਸਮੈਨ। ਹਾਂਜੀ ਬਿਜ਼ਨਸਮੈਨ ਨੂੰ ਮਤਲਬ ਹੁੰਦਾ ਵਪਾਰ ਨਾਲ, ਉਹਦਾ ਜੀ ਕੋਈ ਸਰੋਕਾਰ ਨਹੀਂ ਹੁੰਦਾ ਸਮਾਜ ਨਾਲ ਜੀ ਕੀ ਆ, ਜੀ ਕਿਉਂਕਿ ਉਹਨੇ ਆਪਣਾ ਮਤਲਬ ਕੱਢਣਾ ਹੁੰਦਾ। ਠੀਕ ਹੈ। ਹਾਂਜੀ ਉਹਦਾ ਉਹਨੂੰ ਤੇ ਦੇਖ ਲਓ, ਜਿਹੜੀ ਚੀਜ਼ ਵਿਕਦੀ ਆ ਉਹਨੇ ਉਹ ਸਮਾਜ 'ਚ ਲੈ ਕੇ ਆਉਣੀ ਹੈ। ਜੀ ਜਿਹੜੀ ਚੀਜ਼ ਜਿੰਨਾ ਚਿਰ ਉਹਦਾ ਵਪਾਰ ਚੱਲੂਗਾ ਉਹਨੇ ਚਲਾਉਣਾ। ਪਹਿਲੀ ਗੱਲ ਤੇ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਸਮਾਜਿਕ ਤੌਰ ਤੇ ਜਾਂ ਇੱਕ ਪਹਿਲਾਂ ਸਮਾਜਿਕ ਤੌਰ ਤੇ ਗਿਆਨ ਦਿੰਦਾ ਹੈ ਲੋਕਾਂ ਨੂੰ ਤੇ ਹੁਣ ਉਹ ਬਦਲ ਗਿਆ। ਉਹਨੇ ਸ਼ੁਰੂ ਹੀ ਇਸ ਤੋਂ ਕੀਤਾ ਜੀ। ਤੁਹਾਡੀ ਗੱਲਾਂ ਤੇਰੇ ਯਾਰ ਦੀਆਂ ਬਿਲਕੁਲ ਉਹਦਾ ਪਹਿਲੇ ਗਾਣੇ ਹੈ, ਜਾਂ ਤੇ ਇਹ ਹੋਵੇ ਕਿ ਉਹ ਪਹਿਲੋਂ ਕਿਤੇ ਬਹੁਤ ਧਾਰਮਿਕ ਵਰਤੀ ਦਾ ਬੰਦਾ ਰਿਹਾ ਵਾ, ਸਮਾਜ ਨੂੰ ਸੇਧ ਦਿੰਦਾ ਰਿਹਾ ਤੇ ਹੁਣ ਬਦਲ ਗਿਆ। ਉਹਨੇ ਮਤਲਬ ਕਿ ਗਾਣਾ ਇੱਕ ਕੱਢਿਆ, ਪੈਸੇ ਲਾਏ ਆਪਦੇ। ਠੀਕ ਹੈ। ਉਹਨੇ ਆਪਦਾ ਇੱਕ ਐਕਸਪੈਰੀਮੈਂਟ ਕੀਤਾ, ਉਹਨੇ ਗਾਣਾ ਕੱਢਿਆ, ਉਹਦਾ ਗਾਣਾ ਚੱਲ ਗਿਆ। ਠੀਕ ਹੈ। ਲੋਕਾਂ ਨੇ ਪਸੰਦ ਕੀਤਾ। ਉਦੋਂ ਹੋਰ ਵੀ ਬੜੇ ਗਾਣੇ ਆਏ ਆ, ਬਹੁਤ ਹੋਰ ਸਿੰਗਰ ਨੇ ਜਿਨ੍ਹਾਂ ਨੇ ਗਾਣੇ ਕੱਢੇ, ਪਰ ਇਹਦਾ ਤੁੱਕਾ ਲੱਗ ਗਿਆ, ਇਹਦਾ ਚੱਲ ਗਿਆ। ਠੀਕ ਆ। ਉਸ ਤੋਂ ਬਾਅਦ ਇਹਨੇ ਫੇਰ ਗਾਣਾ ਕੱਢਿਆ, ਉਹ ਵੀ ਚੱਲ ਗਿਆ। ਹਨਾ। ਇਸ ਤਰੀਕੇ ਨਾਲ ਲੋਕਾਂ ਨੇ ਇਹਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਕਿ ਮਤਲਬ ਕਿ ਯੂਥ ਵੱਲੋਂ ਇਹਨੂੰ ਮਤਲਬ ਕਿ ਇੰਨੀ ਕੁ ਗਰੋਥ ਮਿਲ ਗਈ, ਇੰਨਾ ਕੁ ਜ਼ਿਆਦਾ ਪਸੰਦ ਕੀਤਾ ਗਿਆ ਕਿ ਇਹਦੀ ਮਤਲਬ ਕਿ ਇੱਕ ਲੈਵਲ ਬਣ ਗਿਆ। ਹਨਾ। ਹੁਣ ਇਹ ਕਿ ਇਹਦਾ ਉਹ ਲੈਵਲ ਵੱਖਰਾ ਵਾ। ਇਹਨੇ ਜਿਹੜੇ ਗਾਣੇ ਲਿਖਣੇ ਇਹਨੇ ਸਿੱਧੂ ਮੂਸੇਵਾਲੇ ਨੇ ਸ਼ੁਰੂ ਕੀਤੇ, ਹੁਣ ਲੋਕ ਇਹ ਨਹੀਂ ਕਹਿੰਦੇ ਕਿ ਹਥਿਆਰਾਂ ਵਰਗੇ ਗਾਣੇ ਚਾਹੀਦੇ ਆ ਜਾਂ ਪਿਆਰ ਦੇ ਗਾਣੇ ਚਾਹੀਦੇ। ਉਹ ਕਹਿੰਦੇ ਕਿ ਗਾਣਾ ਕਿਹੋ ਜਿਹਾ ਚਾਹੀਦਾ ਜਿਹੋ ਜਿਹਾ ਸਿੱਧੂ ਮੂਸੇਵਾਲਾ ਲਿਖਦਾ। ਠੀਕ ਹੈ। ਇਹ ਗੱਲ ਦਾ ਇੱਕ ਮੈਂ ਵੀ ਸਬੂਤ ਦੇ ਸਕਦਾ ਵਾਂ। ਇਹ ਗੱਲ ਮੈਂ ਸੁਣੀ ਹੋਈ ਆ। ਇੱਕ ਕੋਈ ਮੈਂ ਨਾਮ ਨਹੀਂ ਲੈਂਦਾ ਕਿਸੇ ਦਾ, ਕਿਉਂਕਿ ਸਿੱਧੂ ਮੂਸੇਵਾਲੇ ਦਾ ਨਾਮ ਲੈਣਾ ਤੇ ਜ਼ਰੂਰੀ ਹੈ ਨਾ, ਕਿਉਂਕਿ ਉਹ ਇਸ ਟਾਈਮ ਟਾਰਗੇਟ ਹੋ ਰਿਹਾ। ਹਨਾ। ਉਹ ਬੰਦੇ ਨੂੰ ਲਾਈਵ ਚੱਲਦਿਆਂ ਕਿਸੇ ਨੇ ਪੁੱਛਿਆ ਕਿ ਤੁਸੀਂ ਮਤਲਬ ਕਿ ਕਿਹੜਾ ਗਾਣਾ ਤੁਹਾਡਾ ਮਤਲਬ ਕਿ ਅਗਲਾ ਆਊਗਾ ਜਾਂ ਕਿਵੇਂ ਦਾ ਤੁਸੀਂ ਗਾਣਾ ਗਾਓਗੇ। ਉਹ ਕਹਿੰਦਾ ਕਿ ਗਾਣਾ ਤੇ ਸਿੱਧੂ ਮੂਸੇਵਾਲਾ ਗਾਊਗਾ।
ਠੀਕ ਹੈ। ਅੱਛਾ, ਹਨਾ? ਕੋਈ ਕਿਸੇ ਗਾਇਕ ਨੇ ਕਿਹਾ, ਹਾਂਜੀ ਕਿਸੇ ਹੋਰ ਗਾਇਕ ਨੇ ਕਿਹਾ ਜਾਨੀ ਕਿ? ਹਾਂ ਗਾਇਕ ਨਹੀਂ, ਵੈਸੇ ਤਾਂ ਗਾਇਕ ਉਹਦਾ ਮਤਲਬ ਕਿ ਇੱਕ ਅੱਧਾ ਗਾਣਾ ਹੀ ਆਇਆ ਵਾ, ਹਜੇ ਥੋੜੇ ਦਿਨ ਹੋਏ ਗਾਣਾ ਆਇਆ ਵਾ, ਜੀ ਜੀ ਗਾਇਕ ਜੀ ਨਹੀਂ ਜੀ ਹੈਗਾ, ਉਹਦਾ ਕੋਈ ਹੋਰ ਕਿੱਤਾ ਆ। ਠੀਕ ਹੈ, ਪਰ ਬਿਲਕੁਲ। ਹੈਗਾ ਇੰਟਰਟੇਨਮੈਂਟ ਨਾਲ ਜੁੜਿਆ ਹੋਇਆ, ਉਹਦਾ ਹੈਗਾ ਕੰਮ ਇੰਟਰਟੇਨਮੈਂਟ ਨਾਲ ਜੁੜਿਆ ਹੋਇਆ ਹੀ ਆ। ਠੀਕ ਹੈ, ਹਾਂਜੀ ਉਹ ਇੱਕ ਗੱਲ ਏਦਾਂ ਹੋ ਗਈ ਕਿ ਜਿਸ ਤਰ੍ਹਾਂ ਵੀਰ ਹੋਣਾ ਕਿਹਾ ਵਾ ਕਿ ਇਹ ਗਾਣੇ ਜਿਹੜੇ ਸਿੱਧੂ ਮੂਸੇਵਾਲੇ ਦੇ ਗਾਣੇ ਆ, ਮਤਲਬ ਕਿ ਇਹਨੂੰ ਗਲਤ, ਇਹਨੂੰ ਆਪਾਂ ਸਿਰਫ ਉਹਨੂੰ ਨਹੀਂ ਗਲਤ ਕਹਿ ਸਕਦੇ, ਇਹਦੇ ਨਾਲ ਸਮਾਜ ਵੀ ਗਲਤ ਆ, ਜਿਹੜਾ ਮਤਲਬ ਕਿ ਉਸ ਚੀਜ਼ ਨੂੰ ਪਸੰਦ ਕਰਦਾ। ਸਮਾਜ ਗਲਤ ਨਹੀਂ, ਸਮਾਜ ਹਾਂ, ਗਲਤ ਜੀ। ਨਹੀਂ ਮੈਂ ਕਿਹਾਗਾ, ਬਿਲਕੁਲ ਗੱਲ ਪੂਰੀ ਬਿਲਕੁਲ ਨਹੀਂ। ਭਾਜੀ ਦੇਖੋ ਜੀ, ਇੱਕ ਨਹੀਂ ਮਿੰਟ, ਕੋਈ ਗੱਲ ਨਹੀਂ, ਸਮਾਜ ਤੁਸੀਂ ਜੇ ਕਰ ਗਲਤ ਸਕਦੇ ਹੋ ਹਾਂ ਕਰਮਜੀਤ ਜੀ। ਹਾਂ ਸਮਾਜ ਜੇ ਗਲਤ ਨਾ ਹੋਵੇ ਤਾਂ ਫਿਰ ਦੇਖੋ, ਫਿਰ ਵੇਖੋ ਇੱਕ ਤੇ ਆਪਾਂ ਹਮੇਸ਼ਾ ਗੱਲ ਕਰਨੀ ਭੁੱਲ ਜਾਂਦੇ ਆ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਹਾਂਜੀ ਠੀਕ ਹੈ, ਜੇ ਤੇ ਬੁਰੀ ਚੀਜ਼ ਨਹੀਂ ਹੈਗੀ ਤੇ ਫਿਰ ਜੀ ਚੰਗੀ ਚੀਜ਼ ਦਾ ਕੋਈ ਮੁੱਲ ਨਹੀਂ ਹੈਗਾ। ਠੀਕ ਜੀ ਹੈ, ਜੇ ਤੇ ਸਾਰੇ ਚੰਗੇ, ਜਾਂ ਤੇ ਕੋਈ ਇੱਕ ਬੰਦਾ ਉੱਠ ਕੇ ਕਹਿ ਦੇਵੇ ਕਿ ਨਹੀਂ ਵੀਰ ਜੀ, ਸਮਾਜ ਜਿਹੜਾ ਸਮਾਜ ਹੈ ਸਿਰਫ ਚੰਗੀਆਂ ਚੀਜ਼ਾਂ ਨਾਲ ਬਣਿਆ ਵਾ, ਜਾਂ ਜੀ ਚੰਗੀਆਂ ਚੀਜ਼ਾਂ ਜੀ 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 ਕੋਈ ਨਹੀਂ ਹੈਗੀ, ਤੇ ਫਿਰ ਤੁਹਾਡੀ ਗੱਲ ਮੰਨਣਯੋਗ ਆ। ਪਰ ਜੇਕਰ ਬੁਰੀ ਚੀਜ਼ ਹੈਗੀ ਹੈ ਮੀਤ ਜੀ ਫਿਰ ਤੁਹਾਡੀਆਂ, ਆਪਾਂ ਇਹ ਹਾਂ ਗੱਲ ਨਹੀਂ ਕਹਿ ਸਕਦੇ। ਬਿਲਕੁਲ, ਆਪਾਂ ਕੰਟੀਨਿਊ ਰੱਖਦੇ ਹਾਂ। ਤੁਹਾਡੀਆਂ ਗੱਲਾਂ ਦੇ ਵਿੱਚੋਂ ਕਾਫੀ ਗੱਲਾਂ ਮੈਨੂੰ ਜਿਹੜੀਆਂ ਇਹਦੇ ਵਿੱਚ ਨਜ਼ਰ ਆ ਰਹੀਆਂ, ਜਿਸ ਤਰ੍ਹਾਂ ਤੁਸੀਂ ਉਹਨੂੰ ਦੱਸਿਆ ਕਿ ਉਹਨੇ ਬਿਜ਼ਨਸ ਕਰਨਾ ਹੈ, ਬਿਜ਼ਨਸਮੈਨ ਆ, ਬਿਜ਼ਨਸ ਵੀ ਚੰਗੇ ਤਰੀਕੇ ਨਾਲ, ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਦੂਸਰੇ ਨੰਬਰ 'ਤੇ ਜਿਹੜੀ ਕਰਮਜੀਤ ਜੀ ਜਿਹੜੀ ਗੱਲ 'ਤੇ ਗੱਲ ਕਰਨੀ ਚਾਹੁੰਦੇ ਸੀ, ਉਹਨਾਂ ਵੱਲ ਵੀ ਆਵਾਂਗੇ। ਰਮਨ ਖੋਸਾ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਤੋਂ ਵੀ ਆਪਾਂ ਇਸ ਮਸਲੇ 'ਤੇ ਵਿਚਾਰ ਲੈ ਲੈਂਦੇ ਹਾਂ। ਰਮਨ ਜੀ, ਹਾਂਜੀ, ਹੈਲੋ, ਸੁਣ ਰਹੇ ਹੋ? ਸ਼ਾਇਦ ਉਹ ਕਨੈਕਸ਼ਨ ਆਪਣੇ ਨਾਲ ਕੱਟ ਗਿਆ ਏ। ਹਾਂਜੀ ਕਰਮਜੀਤ ਜੀ, ਤੁਸੀਂ ਕੁਝ ਕਹਿ ਰਹੇ ਸੀ ਜੀ? ਜੀ ਹਾਂ, ਮੈਂ ਕਹਿ ਰਿਹਾ ਸੀਗਾ, ਮੈਂ ਜਿਹੜੀ ਗੱਲ ਰੱਖੀ ਆ ਨਾ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸਮਾਜ ਗਲਤ ਆ। ਜੀ ਗੱਲ ਹਰ ਇੱਕ ਸਮਾਜ ਦੀ ਆਪਦੀ ਖਾਸੀਅਤ ਹੁੰਦੀ ਹੈ। ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਪੰਜਾਬੀ ਸਮਾਜ ਦੀ ਆਪਦੀ ਇੱਕ ਖਾਸੀਅਤ ਆ। ਹਾਂਜੀ, ਜਿੰਨੇ ਅਹਿਮਦ ਸ਼ਾਹ ਅਬਦਾਲੀ, ਮੁਗਲ, ਅਫਗਾਨ, ਤੁਰਕ ਪੰਜਾਬ ਦੇ ਰਸਤੇ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਆਏ ਆ। ਹਾਂਜੀ, ਉਹ ਲੁੱਟ ਕੇ ਜਦੋਂ ਵਾਪਸ ਜਾਂਦੇ ਸੀ ਤਾਂ ਪੰਜਾਬੀਆਂ ਨਾਲ ਟੱਕਰਾ ਹੁੰਦਾ ਸੀ ਉਹਨਾਂ ਨਾਲ। ਜੀ, ਤਾਂ ਪੰਜਾਬ ਦੇ ਵਿੱਚ ਖਾਣਾ ਵੀ ਬਣਿਆ ਕਿ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਬਿਲਕੁਲ ਜੀ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਜੀ, ਹੁਣ ਪੰਜਾਬੀਆਂ ਦੀ ਖਾਸੀਅਤ ਹੈ ਇਹ। ਹਾਂਜੀ, ਠੀਕ ਹੈ, ਜੇ ਤਾਂ ਅਸੀਂ ਕੱਲ ਹੀ ਇਹ ਕਹਿਤੀ ਕਿ ਵਪਾਰ ਆ ਸਾਡਾ, ਫਿਰ ਤਾਂ ਗੱਲ ਖਤਮ ਹੋ ਗਈ। ਠੀਕ ਹੈ, ਜੇ ਸਾਡੇ 'ਚ ਕੋਈ ਸਮਾਜ ਪ੍ਰਤੀ ਕੋਈ ਸਰੋਕਾਰ ਹੈਗੇ ਆ, ਕਿਉਂਕਿ ਕਲਾ ਨਾਲ ਜੁੜੇ ਹੋਏ ਲੋਕ ਆ ਨਾ ਜਿਹੜੇ, ਹਾਂ ਕਲਾ ਨਾਲ ਜੁੜੇ ਹੋਏ ਲੋਕ ਇਹ ਸਾਂਝੇ ਹੁੰਦੇ ਆ ਸਭ ਦੇ। ਕਿਉਂਕਿ ਇਹ ਸਾਰੇ ਸਿੰਗਰ ਜੀ ਜਿੰਨੇ ਵੀ ਸਟੇਜਾਂ ਤੇ ਗਾਉਂਦੇ ਆ, ਇਹ ਆਪਦੀ ਸ਼ੁਰੂਆਤ ਧਾਰਮਿਕ ਗਾਣੇ ਤੋਂ ਕਰਦੇ ਆ। ਨਹੀਂ ਕਰਦੇ ਤਾਂ ਦੱਸ ਦੋ ਜੀ। ਉਸ ਤੋਂ ਬਾਅਦ ਇਹਨਾਂ ਦੀਆਂ ਗੱਲਾਂ ਦੇ ਵਿੱਚ ਕਿ ਅਸੀਂ ਸਮਾਜ ਵਾਸਤੇ ਬਹੁਤ ਚੰਗਾ ਕਰਨਾ ਚਾਹੁੰਦੇ ਹਾਂ, ਸਮਾਜ ਦਾ ਭਲਾ ਕਰਨਾ ਚਾਹੁੰਦੇ ਹਾਂ, ਹਰ ਇੱਕ ਦੀ ਜ਼ੁਬਾਨ ਤੇ ਸਟੇਜ ਤੋਂ ਸੁਣਨ ਨੂੰ ਮਿਲਦੀ ਹੈ। ਜੀ ਠੀਕ ਹੈ, ਹੁਣ ਸਮਾਜ ਦੀ ਜਿਹੜੀ ਸਾਡੇ ਸਮਾਜ ਦੀ ਖਾਸੀਅਤ ਆ, ਉਹ ਚੀਜ਼ ਨੂੰ ਅਸੀਂ ਡਾਇਰੈਕਸ਼ਨ ਕਿਸ ਤਰ੍ਹਾਂ ਦੀ ਦੇਣੀ ਹੈ? ਜੀ, ਅਸੀਂ ਸਹੀ ਡਾਇਰੈਕਸ਼ਨ ਦੇਣੀ ਹੈ ਕਿ ਗਲਤ ਡਾਇਰੈਕਸ਼ਨ ਦੇਣੀ ਹੈ? ਮਾਮਲਾ ਇਹ ਆ। ਬਿਲਕੁਲ ਜੀ। ਹੁਣ ਜਿਸ ਤਰ੍ਹਾਂ ਹੈਗਾ ਕਿ ਵੀ ਇਹਦਾ ਇਕੱਲਾ ਵਪਾਰ ਆ। ਹਾਂਜੀ, ਗਾਇਕ ਜਿਹੜਾ ਨਾ, ਜਿਵੇਂ ਕਹਿੰਦਾ ਕਿ ਜਿਹੜੇ ਗੀਤ ਆ ਲੋਕ ਮਨਾਂ ਦੀ ਤਰਜਮਾਨੀ ਕਰਦੇ ਆ। ਜੀ ਠੀਕ ਹੈ, ਜਿਹੜੀ ਗਾਇਕੀ ਆ ਉਹ ਰੂਹ ਦੀ ਖੁਰਾਕ ਹੁੰਦੀ ਆ। ਜੀ ਠੀਕ ਹੈ, ਅਸੀਂ ਸਾਡੇ ਪੰਜਾਬ ਦੀ ਜਿਹੜੀ ਗਾਇਕੀ ਦੀ ਵਿਰਾਸਤ ਰਹੀ ਆ, ਠੀਕ ਹੈ, ਅਸੀਂ ਜੇ ਉਸ ਖੇਤਰ ਦੇ ਵਿੱਚ ਆਪਦਾ ਨਾਮ ਖੱਟਣਾ ਚਾਹੁੰਦੇ ਹਾਂ, ਆਪਦਾ ਨਾਮ ਬਣਾਉਣਾ ਚਾਹੁੰਦੇ ਹਾਂ, ਤਾਂ ਅਸੀਂ ਦੂਜੇ ਪਾਸੇ ਇਹ ਵੀ ਦੇਖੀਏ ਨਾ ਕਿ ਸਾਨੂੰ ਲੋਕ ਸੁਣਨ ਵਾਲੇ ਆ, ਦੇਖਣ ਵਾਲੇ ਆ। ਸਾਡੀ ਕਹੀ ਹੋਈ ਕੱਲੀ ਗੱਲ 100 ਮਿਲੀਅਨ ਹੋ ਜਾਣੇ YouTube ਦੇ ਉੱਤੇ, ਤੇ ਕੋਈ ਇਹ ਕਹਿ ਕੇ ਆਪਦਾ ਖਹਿੜਾ ਨਹੀਂ ਛਡਾ ਸਕਦਾ ਕਿ ਮੇਰਾ ਇਕੱਲਾ ਵਪਾਰ ਹੈਗਾ। ਉਹਨੂੰ ਜਨਤਾ ਦੇਖ ਰਹੀ ਹੈ, ਜੀ ਜੀ, ਉਹਨੂੰ ਜਨਤਾ ਸੁਣ ਰਹੀ ਹੈ, ਉਹਦੀ ਇਹ ਜ਼ਿੰਮੇਵਾਰੀ ਬਣਦੀ ਹੈ ਜੀ। ਪਬਲਿਕ ਫਿਗਰ ਬਣ ਜਾਂਦਾ ਬੰਦੇ ਜੀ। ਚੰਗਾ ਗਾ ਕੇ, ਚੰਗਾ ਲਿਖ ਕੇ ਸਮਾਜ ਨੂੰ ਕੋਈ ਸੇਧ ਦੇਵੇ। ਇੰਨਾ ਕਹਿ ਕੇ ਆਪਦਾ ਛੁਟਕਾਰਾ ਨਹੀਂ ਪਾ ਸਕਦਾ ਹੈਗਾ। ਜਿਹੜੀ ਸਟੇਜ ਤੇ ਉਹਨੇ ਗਾਉਣਾ, ਉਹ ਵੀ ਕਿਰਤੀ ਲੋਕਾਂ ਨੇ ਤਿਆਰ ਕੀਤੀ। ਜਿਹੜੇ ਮਾਈਕ 'ਚ ਉਹਨੇ ਗਾਉਣਾ, ਉਹ ਕਿਰਤੀ ਲੋਕਾਂ ਨੇ ਤਿਆਰ ਕੀਤਾ। ਜਿੱਥੇ ਉਹਦੀ ਰਿਕਾਰਡਿੰਗ ਹੋਣੀ ਆ, ਜਿੱਥੇ ਉਹਨੇ ਚੱਲ ਕੇ ਜਾਣਾ, ਕਿਹੜੀ ਚੀਜ਼ ਆ ਜਿਹੜੀ ਉਹ ਪਾਉਂਦਾ ਨਹੀਂ ਤੇ ਇਸਤੇਮਾਲ ਨਹੀਂ ਕਰਦਾ ਤੇ ਕਿਰਤੀਆਂ ਨੇ ਤਿਆਰ ਨਹੀਂ ਕੀਤੀ ਹੋਈ? ਸਾਰਾ ਕੁਝ ਸਮਾਜ ਦੇ ਵਿੱਚੋਂ ਲਿਆ। ਖਾਂਦੇ ਪੀਂਦੇ ਅਸੀਂ ਸਮਾਜ ਦੇ ਵਿੱਚੋਂ ਆ, ਕੱਪੜੇ ਘਰ-ਬਾਰ ਅਸੀਂ ਸਮਾਜ ਦੇ ਵਿੱਚੋਂ ਲੈਂਦੇ ਹਾਂ। ਤਾਂ ਮੋੜਵੇਂ ਰੂਪ ਦੇ ਵਿੱਚ ਸਾਡੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਸਮਾਜ ਨੂੰ ਅਸੀਂ ਕੁਛ ਚੰਗਾ ਦੇਈਏ। ਜੀ ਠੀਕ ਹੈ। ਦੂਸਰੀ ਗੱਲ ਜਿਹੜੀ ਵੀਰ ਨੇ ਵਪਾਰ ਦੀ ਗੱਲ ਕੀਤੀ ਹੈ ਨਾ, ਇਹ ਗੱਲ ਬਿਲਕੁਲ ਠੀਕ ਜੀ, ਇਹ ਗੱਲ ਮੰਨ ਲਈ ਆ। ਇੱਥੇ ਹਰ ਚੀਜ਼ ਦਾ ਵਪਾਰੀਕਰਨ ਹੋ ਗਿਆ। ਹਾਂਜੀ, ਇਹਨੂੰ ਠੀਕ ਨਹੀਂ ਕਹਿ ਸਕਦੇ ਕਿ ਅਸੀਂ। ਠੀਕ ਹੈ, ਸਾਡੇ ਗੁਰੂਆਂ ਪੀਰਾਂ ਨੇ, ਸਾਡੇ ਸ਼ਹੀਦਾਂ ਨੇ
ਜੋ ਸਾਨੂੰ ਵਿਰਾਸਤ ਦਿੱਤੀ ਹੈ ਕਿ ਜਿਹੜੇ ਮਨੁੱਖ ਆ ਉਹਨੂੰ ਮਨੁੱਖ ਸਮਝਿਆ ਜਾਣਾ ਚਾਹੀਦਾ, ਉਹਨੂੰ ਇੱਕ ਵਸਤੂ ਨਹੀਂ ਸਮਝਣਾ ਚਾਹੀਦਾ ਹੈਗਾ। ਇਸੇ ਤਰ੍ਹਾਂ ਗਾਇਕੀ ਨੂੰ ਵੀ ਜੇ ਅਸੀਂ ਕਹੀਏ ਵਪਾਰ ਆ, ਤਾਂ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਕਵੀ ਦਰਬਾਰ ਜਿਹੜਾ ਬਣਾਇਆ ਸੀ, 52 ਕਵੀ ਸੀਗੇ ਉਹਦੇ ਚ ਜੀ, ਠੀਕ ਹੈ। ਸਾਰੀ ਬਾਣੀ ਜਿਹੜੀ ਹੈ ਉਹ ਰਾਗ ਦੇ ਵਿੱਚ ਗਾਈ ਜਾਂਦੀ ਹੈ, ਹਾਂਜੀ ਠੀਕ ਹੈ। ਜੇ ਅਸੀਂ ਇਹਨੂੰ ਵਪਾਰ ਕਹਿ ਦਈਏ ਫਿਰ ਤਾਂ ਇਹ ਇੱਕ ਨਿਰਾਦਰ ਹੈ ਗਾਇਕੀ ਦਾ, ਇਹ ਸੰਗੀਤ ਦਾ ਨਿਰਾਦਰ ਹੈ ਜੀ। ਗੱਲ ਇਹ ਹੈ ਕਿ ਇੱਥੇ ਗਾਉਣ ਵਾਲਾ ਆਪਦੇ ਆਪ ਨੂੰ ਗਾਇਕ ਸਮਝਦਾ, ਸਰੋਤਾ ਤੇ ਦਰਸ਼ਕ, ਸੁਣਨ ਵਾਲੇ ਸਰੋਤਾ ਦੇ ਦਰਸ਼ਕ ਸਮਝਦੇ ਆਪਦੇ ਆਪ ਨੂੰ, ਪਰ ਮਾਮਲਾ ਇਹ ਗਾਉਣ ਵਾਲੇ ਕਰਿੰਦੇ ਆ ਜੀ ਤੇ ਸੁਣਨ ਵਾਲੇ ਗਾਹਕ ਆ ਜੀ। ਤੁਸੀਂ ਦੇਖੋ ਇੱਥੇ ਸਾਬਰ ਕੋਟੀ ਸੀ, ਸਰਦੂਲ ਸਿਕੰਦਰ ਸੀ, ਦੁਰਗਾ ਰੰਗੀਲਾ ਸੀ ਜੀ, ਠੀਕ ਹੈ। ਕਿੱਥੇ ਗਏ ਉਹ ਜਿਹੜੇ ਵਧੀਆ ਆਵਾਜ਼ ਦੇ ਧਨੀ ਸੀਗੇ, ਉਹ ਕਿੱਧਰ ਗਏ? ਕਲੀਅਰ ਕੰਠ ਫਿਰੋਜ਼ ਖਾਨ, ਜੀ ਖਾਨ, ਕਮਲ ਖਾਨ ਤੋਂ ਉਹ ਗਵਾਇਆ ਜਾ ਰਿਹਾ ਜੋ ਬਾਜ਼ਾਰ ਨੂੰ ਮਨਜ਼ੂਰ ਹੈ ਜੀ, ਠੀਕ ਹੈ। ਕਲੀਅਰ ਕੰਠ ਵੀ ਪੌਪ ਸੌਂਗ ਗਾ ਰਿਹਾ, ਕਿਤੇ ਸੁਣਿਆ ਸੀ? ਹਾਂ ਠੀਕ ਹੈ। ਮਾਮਲਾ ਇਹ ਹੈ ਕਿ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਇਹਨਾਂ ਨੂੰ ਪ੍ਰਮੋਟ ਕਰਦੀਆਂ ਨਾ, ਜਿਨ੍ਹਾਂ ਨੇ ਇਹਨਾਂ ਦੇ ਗੀਤ ਰਿਕਾਰਡ ਕਰਨੇ ਆ, ਇਹਨਾਂ ਨੂੰ ਹੱਲਾਸ਼ੇਰੀ ਦੇਣੀ ਆ, ਉਹ ਟੌਪਿਕ ਵੀ ਦਿੰਦੇ ਇਹਨਾਂ ਨੂੰ, ਹਾਂ ਠੀਕ ਹੈ। ਇਸ ਸਮਾਜ ਨੂੰ ਸਾਡੇ ਨੂੰ ਬਰਬਾਦ ਕਰਨ ਵਾਸਤੇ ਮਲਟੀਨੈਸ਼ਨਲ ਕੰਪਨੀਆਂ ਲੱਗੀਆਂ ਹੋਈਆਂ, ਜਿਨ੍ਹਾਂ ਨੇ ਸਾਡੇ ਸਮਾਜ ਦਾ ਬਹੁਤ ਬਰੀਕੀ ਨਾਲ ਅਧਿਐਨ ਕੀਤਾ ਤੇ ਉਹਨਾਂ ਨੇ ਇਹ ਪਾਇਆ ਕਿ ਸਾਡਾ ਸਮਾਜ ਦਲੇਰ ਆ, ਤਿਆਗੀ ਆ। ਉਹਨਾਂ ਨੇ ਦਲੇਰੀ ਦੇ, ਤਿਆਗੀ ਦੇ, ਬਹਾਦਰੀ ਦੇ ਅਰਥਾਂ ਦੇ ਅਨਰਥੀ ਕਰਤੇ, ਹਾਂ ਠੀਕ ਹੈ। ਉਹ ਸਾਨੂੰ ਬਾਗੀ ਦੀ ਥਾਂ ਤੇ ਆਪ ਖੁਦਰਾ ਬਣਾ ਰਹੇ ਆ ਜੀ। ਜਿਵੇਂ ਗੁੱਸੇ ਤੇ ਜੋਸ਼ ਦੇ, ਹਾਂ ਗੁੱਸੇ ਤੇ ਜੋਸ਼ ਦੇ ਵਿੱਚ ਜਿਸ ਤਰ੍ਹਾਂ ਫਰਕ ਹੁੰਦਾ, ਉਹਨਾਂ ਕੁ ਫਰਕ ਇਸ ਗਾਇਕੀ ਦੇ ਵਿੱਚ। ਹਾਂ, ਦਲੇਰ ਦੀ ਥਾਂ ਤੇ ਸਾਨੂੰ ਫੁਕਰਾ ਬਣਾ ਰਹੇ ਆ। ਜਿਹੜੇ ਗਾਇਕ ਆ ਨੇ ਕਰਿੰਦੇ ਆ ਉਹਨਾਂ ਦੇ, ਬਿਲਕੁਲ ਜੀ। ਇਹਨਾਂ ਨੇ ਕਿ ਸ਼ੋਹਰਤ ਹਾਸਲ ਕਰ ਲਈ ਹੈ, ਪੈਸਾ ਹਾਸਲ ਕਰ ਲਿਆ, ਦਰਸ਼ਕਾਂ ਦੇ ਜ਼ੋਰ ਤੇ ਕੀਤਾ ਨਾ। ਪਰ ਗੱਲ ਮਾਮਲਾ ਇਹ ਹੈ ਕਿ ਮਲਟੀਨੈਸ਼ਨਲ ਕੰਪਨੀਆਂ ਇਹਨਾਂ ਦੇ ਪਿੱਛੇ ਕੰਮ ਕਰਦੀਆਂ, ਜਿਹੜੀ ਇਹਨਾਂ ਨੂੰ ਪ੍ਰਮੋਟ ਕਰਦੀਆਂ, ਸਾਰਾ ਕੁਝ ਕਰਦੀਆਂ। ਤੇ ਠੀਕ ਆ ਕਿ ਇੱਕ ਸਮਾਂ ਇਸ ਨੂੰ ਤੁਸੀਂ ਨਾਕਾਮੀ, ਕਰਮਜੀਤ ਜੀ ਇਸ ਚੀਜ਼ ਨੂੰ ਤੁਸੀਂ ਨਾਕਾਮੀ ਨਹੀਂ ਮੰਨਦੇ? ਜਿਹੜੇ ਸੂਝਵਾਨ ਲੋਕ ਆ, ਜਿਹੜੇ ਲੋਕ ਰਹਿਬਰ ਨੇ ਸਾਡੇ, ਜਿਨ੍ਹਾਂ ਨੇ ਸਾਡੀ ਰਹਿਬਰੀ ਕਰਨੀ, ਜਿਨ੍ਹਾਂ ਨੇ ਸਾਨੂੰ ਰਾਹ ਦੱਸਣੇ ਆ, ਉਹ ਕਿਤੇ ਨਾ ਕਿਤੇ ਉਹ ਨੌਜਵਾਨਾਂ ਨੂੰ ਉਹ ਗੱਲ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ, ਜਿਹੜੀ ਗੱਲ ਆਪਾਂ ਹੁਣ ਕਰ ਰਹੇ ਹਾਂ। ਜਿਹੜੇ ਨੌਜਵਾਨ ਇਹੋ ਜਿਹੇ ਗਾਇਕਾਂ ਦੇ ਮਗਰ ਲੱਗੇ ਹੋਏ ਆ, ਕਸੂਰ ਤਾਂ ਉਹਨਾਂ ਦਾ ਵੀ ਬਰਾਬਰ ਹੀ ਹੈ, ਕਿਉਂਕਿ ਉਹ ਜਾਂ ਤਾਂ ਜਿਹੜੇ ਬੁੱਧੀਜੀਵੀ ਆ ਇਹ ਗੱਲ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਸਮਝਾ ਨਹੀਂ ਸਕੇ। ਇਹਦੇ ਵਿੱਚ ਕੀ ਮੰਨਦੇ ਹੋ ਤੁਸੀਂ, ਕਿੰਨਾ ਦੀ ਨਾਕਾਮੀ ਕਿੱਥੇ ਰਹਿ ਗਈ ਇਹ? ਤੁਸੀਂ ਦੇਖੋ ਇੱਕ ਨਾ ਟੱਕਰ ਚੱਲ ਰਹੀ ਹੈ ਹਾਂਜੀ ਪੰਜਾਬ ਦੀ ਗਾਇਕੀ 'ਚ। ਕੁਛ ਕੁ ਸਿੰਗਰ ਤੁਸੀਂ ਚੱਕ ਕੇ ਦੇਖ ਲਓ, ਹੁਣ ਆਪਾਂ ਇਕੱਲੇ ਕਹਿ ਦਾ ਨਾਮ ਲਵਾਂਗੇ ਤਾਂ ਫਿਰ ਆਏ ਆ ਜਾਊਗਾ ਵੀ ਉਹਨੇ ਫਲਾਣੇ ਟਾਈਮ ਤੇ ਆ ਮਾੜਾ ਗੀਤ ਗਾਇਆ ਸੀ ਜੀ। ਪੰਜਾਬ ਦੀ ਗਾਇਕੀ ਦੇ ਵਿੱਚ ਕੁਛ ਕੁ ਸਿੰਗਰ ਇਸ ਤਰ੍ਹਾਂ ਦੇ ਆ ਜਿਹੜੇ ਆਪਦੇ ਸਟਾਈਲ ਨਾਲ ਲਗਾਤਾਰ ਗਾ ਰਹੇ ਆ। ਹਰਜੀਤ ਹਰਮਨ ਜੀ, ਠੀਕ ਹੈ, ਚੰਦਰ ਸਰਤਾਜ ਆ, ਹਾਂਜੀ, ਤੇ ਆ ਆਪਣਾ ਨਵਾਂ ਸਿੰਗਰ ਆਇਆ ਸੱਜਣ ਅਦੀਬ, ਬਿਲਕੁਲ ਜੀ, ਜਿਨ੍ਹਾਂ ਦੀ ਗਾਇਕੀ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਵੀ ਲੜਕੀ ਨੂੰ ਇੱਕ ਵਸਤੂ ਬਣਾ ਕੇ ਪੇਸ਼ ਕਰਦੇ ਆ, ਠੀਕ ਹੈ, ਪਰ ਉਹਨਾਂ ਦੀ ਗਾਇਕੀ ਦੇ ਵਿੱਚ ਸਹਿਜ ਆ। ਹਾਂ ਬਿਲਕੁਲ, ਗੱਲ ਇਹ ਹੈ ਨਾ ਜੀ ਕਿ ਕੋਈ ਵੀ ਚੀਜ਼ ਆਪਾਂ ਕਹਿ ਦਈਏ ਥੋੜੀ ਮਾਤਰਾ ਦੇ ਵਿੱਚ ਹੋਵੇ, ਕਹਿੰਦੇ ਜ਼ਹਿਰ ਵੀ ਥੋੜੀ ਮਾਤਰਾ ਦੇ ਵਿੱਚ ਲਿਆ ਜਾਵੇ ਤਾਂ ਦਵਾਈ ਵਜੋਂ ਵਰਤਿਆ ਜਾ ਸਕਦਾ ਹੈ, ਜ਼ਿਆਦਾ ਮਾਤਰਾ ਦੇ ਵਿੱਚ ਘਿਓ ਵੀ ਜ਼ਹਿਰ ਬਣ ਜਾਂਦਾ ਹੈ। ਹਾਂ, ਇਹ ਕੋਈ ਲਿਮਟ ਹੋਣੀ ਚਾਹੀਦੀ ਹੈ। ਕੁਲਦੀਪ ਮਾਨਕ ਨੇ ਕਿਸੇ ਟਾਈਮ ਤੇ ਗਾਇਆ ਸੀ, ਜਵਾਨੀ ਜੜ੍ਹਾਂ ਪੁੱਟਣ ਨੂੰ ਕਾਹਲੀ, ਜ਼ਾਲਮ ਸਰਕਾਰ ਦੀਆਂ, ਹਾਂਜੀ, ਠੀਕ ਹੈ। ਸਾਡੇ ਪੰਜਾਬ ਦੇ ਵਿੱਚ ਨੁਸਰਤ ਫਤਿਹ ਅਲੀ ਖਾਨ ਨੂੰ ਸੁਣਨ ਵਾਲੇ ਘੱਟ ਆ, ਹਾਂਜੀ। ਸਾਡੇ ਪੰਜਾਬ 'ਚ ਕੁਲਦੀਪ ਮਾਨਕ ਨੂੰ ਸੁਣਨ ਵਾਲੇ ਕਿਉਂਕਿ ਹਿੱਕ ਦੇ ਜ਼ੋਰ ਤੇ ਗਾਉਂਦਾ ਸੀ ਜੀ। ਮੂਸੇ ਵਾਲੇ ਦਾ ਟ੍ਰੈਂਡ ਇਸ ਕਰਕੇ ਚੱਲ ਰਿਹਾ ਕਿਉਂਕਿ ਮੂਸੇ ਵਾਲਾ ਹਿੱਕ ਦੇ ਜ਼ੋਰ ਤੇ ਗਾਉਂਦਾ ਜੀ। ਉਹ ਸ਼ਬਦਾਂ ਨੂੰ ਚੱਬ ਕੇ ਜੱਟ ਨੂੰ ਯੱਟ ਕਹਿੰਦਾ, ਜੱਟ ਦੀ ਤੁਲਨਾ ਉਹ 59-11 ਨਾਲ ਕਰਦਾ ਜੀ। ਇਹ ਸਾਡੇ ਖੂਨ 'ਚ ਧੱਕੜ ਪੁਣਾ ਜੀ। ਅਸੀਂ ਜਦੋਂ ਹਲਾਂ ਨਾਲ ਖੇਤੀ ਕਰਦੇ ਸੀ, ਸਾਡੇ ਬਜ਼ੁਰਗ 25-25 ਕਿਲੋਮੀਟਰ ਤੁਰਦੇ ਸੀਗੇ, ਹਾਂਜੀ, ਇੱਕ ਦਿਨ ਦੇ ਵਿੱਚ ਹਲਾਂ ਨਾਲ ਖੇਤੀ ਹੁੰਦੀ ਸੀਗੀ, ਹਾਂਜੀ, ਠੀਕ ਹੈ। ਉਹ ਸਾਡੇ ਖੂਨ ਦੇ ਵਿੱਚ, ਸਾਡੇ ਜੇਨ ਦੇ ਵਿੱਚ ਗੱਲ ਪਈ ਹੈ ਜੀ, ਠੀਕ ਹੈ। ਤੇ ਇਹੀ ਕਿਤੇ ਸਹੀ ਪਾਸੇ, ਜਿਵੇਂ ਜੈਜੀਬੀ ਨੇ ਵੀ ਇੱਕ ਟਾਈਮ ਤੇ ਗਾਤਾ ਸੀਗਾ, ਊਧਮ ਸਿੰਘ ਲੰਡਨ ਜਾ ਕੇ ਬੁੱਕ ਵਿੱਚ ਪਿਸਤੌਲ ਲੁਕਾ ਕੇ ਜੀ, ਠੀਕ ਹੈ, ਉਹ ਕੋਈ ਸੇਧ ਦਿੰਦਾ ਸੀ ਨਾ ਸਮਾਜ ਨੂੰ ਜੀ, ਸਾਡੇ ਕਿਸੇ ਨਾਇਕ ਦੀ ਤਾਰੀਫ ਕਰਦਾ ਸੀਗਾ ਜੀ। ਹੁਣ ਜੇ ਇਹਨਾਂ ਸਿੰਗਰਾਂ ਨੂੰ ਲੋਕ ਸੁਣੀ ਜਾਂਦੇ ਆ, ਹੁਣ ਤਾਂ ਸਿੱਕਾ ਚੱਲ ਗਿਆ ਨਾ, ਹਾਂਜੀ, ਜਿੰਨੀ ਸ਼ੌਹਰਤ, ਜਿੰਨਾ ਵਪਾਰ ਕਰਨਾ ਸੀ, ਪੈਸਾ ਕਮਾਉਣਾ ਸੀ, ਕਮਾ ਲਿਆ ਨਾ, ਹੁਣ ਕੁਛ ਚੰਗਾ ਗਾ। ਉਹ ਕਹਿ ਵੀ ਰਹੇ ਆ ਕਿ ਅਸੀਂ ਆਉਣ ਵਾਲੇ ਸਮੇਂ 'ਚ ਕੋਈ ਚੰਗੇ ਗੀਤ ਆ ਰਹੇ ਆ ਜੀ। ਸਿੱਧੂ ਮੂਸੇਵਾਲਾ ਤਾਂ ਜੇ ਰੀਸੈਂਟਲੀ ਇੰਟਰਵਿਊ ਚੰਗੀ ਤਾਂ ਆਏ ਆ, ਓ ਮਾਈ ਗੋਡ ਫਿਲਮ ਨਹੀਂ ਆਈ ਸੀਗੀ, ਹਾਂਜੀ, ਉਹਦੇ ਵਿੱਚ ਇੱਕ ਥਾਂ ਤੇ ਉਹ ਪ੍ਰੇਸ਼ ਰਾਵਲ ਦਾ ਸੀਨ ਆ, ਉਹ ਕਹਿੰਦਾ ਵੀ ਇੱਕ ਕੰਪਨੀ ਆ ਜਿਹੜੀ ਜਰਦਾ ਬਣਾਉਣ ਦਾ ਕੰਮ ਕਰਦੀ ਹੈ, ਹਾਂਜੀ, ਜਰਦੇ ਤੋਂ ਕੈਂਸਰ ਹੁੰਦਾ,
ਹਾਂਜੀ ਉਹ ਜਰਦਾ ਵੇਚ ਕੇ ਕਰੋੜਾਂ ਰੁਪਈਆ ਅਰਬਾਂ ਰੁਪਈਆ ਕਮਾਉਂਦੀ ਹੈ। ਜੀ ਉਹੀ ਕੰਪਨੀ ਇੱਕ ਛੋਟਾ ਜਿਹਾ ਕੈਂਸਰ ਦਾ ਹਸਪਤਾਲ ਖੋਲਦੀ, ਜੀ ਉਹ ਲੋਕਾਂ ਦੀ ਅੱਖੀ ਘੱਟਾ, ਲੋਕਾਂ ਨੂੰ ਫਾਇਦਾ ਕੋਈ ਨਹੀਂ ਹੋਣਾ ਗਾ। ਇਹੀ ਇਹੀ ਗੱਲ ਕਰ ਰਹੇ ਆ। ਹਾਂ ਪਤਾ ਇਹੀ ਮੈਨੂੰ ਜਦੋਂ ਹਾਂ ਹਾਂ ਗੱਲਾਂ ਠੀਕ ਹੈ ਜਾ ਕੇ ਮੀਤ ਜੁੜ ਜੀ, ਜਾਣੀਆਂ ਹਨਾ। ਬਿਲਕੁਲ ਬਿਲਕੁਲ ਮੀਤ ਜੀ, ਤੁਸੀਂ ਇੰਟਰਫੇਅਰ ਕਰ ਸਕਦੇ ਸੀਗੇ, ਮੈਨੂੰ ਸੌਰੀ ਮੈਂ ਤੁਹਾਨੂੰ ਟਾਈਮ ਨਹੀਂ ਦੇ ਸਕਿਆ, ਤੇ ਕੋਈ ਗੱਲ ਨਹੀਂ, ਤੁਸੀਂ ਕਰੋ ਗੱਲ ਜੀ। ਅਸਲ 'ਚ ਦੱਸਾਂ, ਉਹ ਫਿਰ ਹਾਂ ਏਦਾਂ ਹੁੰਦਾ ਨਾ ਕਿ ਵਿੱਚੋਂ ਗੱਲਾਂ ਜ਼ਿਆਦੀਆਂ ਜੁੜ ਜਾਣ, ਫਿਰ ਮੈਨੂੰ ਇਹ ਕਿ ਮੇਰੇ ਜਿਹਨ 'ਚੋਂ ਨਿਕਲ ਜਾਣੀਆਂ ਗੱਲਾਂ ਹਾਂ ਸਾਰੀਆਂ, ਉਸੇ ਮੈਨੂੰ ਬਹੁਤ ਸਾਰੀਆਂ ਗੱਲਾਂ ਹਨਾ। ਬਿਲਕੁਲ ਇਦਾਂ ਹੀ, ਜਿੱਥੇ ਮੈਂ ਵਿਚਾਰ ਇਸੇ ਕਰਨ ਕਰਕੇ ਉਹਨਾਂ ਨੂੰ ਬਣਦੇ ਆ। ਮੌਕਾ ਦਿੱਤਾ ਸੀ ਕਰਮਜੀਤ ਜੀ ਨੂੰ, ਕਿਉਂਕਿ ਜਦੋਂ ਆਪਾਂ ਲੰਬੇ ਸਮੇਂ ਵਾਸਤੇ ਗੱਲ ਕਰਦੇ ਹਾਂ ਤਾਂ ਉਹ ਬਾਕੀ ਗੱਲਾਂ ਦਿਮਾਗ ਦੇ ਵਿੱਚੋਂ ਨਿਕਲ ਜਾਂਦੀਆਂ। ਆਪਣੀ ਬਹੁਤ ਵਧੀਆ ਵਿਚਾਰ ਚਰਚਾ ਚੱਲ ਰਹੀ ਹੈ ਭਾਜੀ ਉਹਨਾਂ ਦੀ ਗੱਲ ਹੁਣੇ ਭਾਜੀ ਉਹਨਾਂ ਕਹਿ ਕੇ ਪਿਆ ਕਿ ਤੁਸੀਂ ਕਹਿ ਕੇ ਉਹਦੇ 3-4 ਗਾਣੇ ਆ ਰਹੇ ਆ ਚੰਗੇ, ਉਹ ਖੁਦ ਕਹਿ ਰਿਹਾ ਹਨਾ ਜੀ। ਤੇ ਭਾਜੀ ਉਹਨਾਂ ਨੇ ਨਾਲ ਦੀ ਨਾਲ ਕਹਿ ਕੇ ਪਿਆ ਕਿ ਦੇਖੋ ਜੀ, ਨਾਲ ਉਹਨਾਂ ਨੇ ਛੋਟਾ ਜਿਹਾ ਹਸਪਤਾਲ ਖੋਲ ਕੇ ਹਨਾ ਇਹ ਸਾਬਤ ਕਰਨਾ ਵਾ ਕਿ ਅਸੀਂ ਮਤਲਬ ਕਿ ਅੱਖਾਂ ਸਮਾਜ ਦੇ ਅੱਖਾਂ ਦੇ ਘੱਟਾ ਪਾਉਣਾ। ਠੀਕ ਹੈ, ਮਤਲਬ ਕਿ ਸਿੱਧੀ ਗੱਲ ਇਹ ਹੋ ਗਈ ਕਿ ਮਤਲਬ ਕੋਈ ਚੰਗੇ ਗਾਣੇ। ਤੁਹਾਡੀ ਆਵਾਜ਼ ਕੱਟੀ ਗਈ, ਦੁਬਾਰਾ ਇਹ ਗੱਲ ਸੌਰੀ ਰਿਪੀਟ ਕਰੋਗੇ ਹਨਾ। ਦੇਖੋ ਮਤਲਬ ਜੇ ਹੁਣ ਵੇਖੋ, ਹੁਣੇ ਤੁਹਾਡੇ ਤੋਂ ਪਹਿਲਾਂ ਹੀ ਇੱਕ ਪੋਸਟ ਕਿਸੇ ਨੇ ਸ਼ੇਅਰ ਕੀਤੀ, ਉਹ 'ਚ ਸਿੱਧੂ ਮੂਸੇਵਾਲੇ ਨੇ ਗੱਲ ਕੀਤੀ ਕਿ ਮੇਰੇ ਤੇ ਮਤਲਬ ਕਿ ਇੱਦਾਂ ਹੁਣ ਪਰਚੇ ਹੋ ਗਏ, ਜਿੱਦਾਂ ਮਰਜ਼ੀ ਹੈ, ਕਿ ਮੰਨ ਲਓ ਜੇ ਮੈਂ ਗਲਤ ਹਾਂ ਤਾਂ ਠੀਕ ਹੈ, ਨਹੀਂ ਤੇ ਮੇਰਾ ਵੀ ਮਤਲਬ ਕਿ ਮੁੱਖ ਮੰਤਰੀ ਸਾਹਿਬ ਇਨਸਾਫ ਕਰਨ। ਠੀਕ ਹੈ, ਹਾਂਜੀ। ਤੇ ਥੱਲੇ ਉਹਦੇ ਕਮੈਂਟ ਦੱਸਾਂ ਕੀ ਆਇਆ ਸੀ, ਲੈ ਹੁਣ ਮੂਤ ਗਿਆ ਜੀ। ਠੀਕ ਹੈ, ਹੁਣ ਡਰ ਗਿਆ ਪਰਚਿਆਂ ਦਾ। ਠੀਕ ਹੈ, ਤੇ ਜੇ ਤੇ ਤੁਸੀਂ ਇੱਕ ਪਾਸੇ ਵੀਰ ਹੁਣੀ ਕਹਿ ਰਹੇ ਕਿ ਉਹ ਖੂਨ ਬੰਦਾ ਕਿ ਚੱਕਵੀਂ ਗੱਲ ਕਰਦਾ, ਖੂਨ ਉਹਦਾ ਮਤਲਬ ਕਿ ਜਿਹੜਾ ਰਿਹਾ ਸਾਡੇ ਪੰਜਾਬੀਆਂ ਦੇ ਉਹੋ ਜਿਹਾ ਖੂਨ ਆ, ਤੇ ਏਦਾਂ ਦੀ ਗੱਲ ਤੇ ਕੋਈ ਵੀ ਕਿਸੇ ਨੂੰ ਕਹੂਗਾ ਤੇ ਅਗਲਾ ਕਹਿਣਾ ਵੀ ਉਹੋ ਜਿਹਾ ਕੱਢੂਗਾ ਕਿ ਲੈ ਮੈਂ ਕੱਢਦਾ ਹੀ, ਤੂੰ ਰੋਕ ਕੇ ਦਿਖਾ, ਰੋਕ ਸਕਦਾ ਕਿ ਕਿੰਨਾ ਰੋਕ ਸਕਦਾ। ਠੀਕ ਹੈ, ਜਦੋਂ ਅੜੀ ਤੇ ਗੱਲ ਆ ਜੇ ਫਿਰ ਗੱਲ ਕਿਸੇ ਦੇ ਵੱਸ 'ਚ ਨਹੀਂ ਆਉਂਦੀ। ਜਦੋਂ ਕਿਸੇ ਨੂੰ ਆਪਾਂ ਸਹੀ ਪਾਸੇ ਲਾਉਣਾ ਨਾ, ਉਹਨੂੰ ਸਿਰਫ ਸਮਝਾਇਆ ਜਾ ਸਕਦਾ ਵਾ, ਮੱਥਾ ਲਾ ਕੇ ਏਦਾਂ ਅੜ ਕੇ ਨਹੀਂ ਕਿਸੇ ਨੂੰ ਆਪਾਂ ਕਹਿ ਸਕਦੇ ਲਈ, ਤੇ ਕਿਉਂਕਿ ਸਾਡਾ ਜਿਹੜਾ ਇਹ ਖੇਤਰ ਆ ਜੀ, ਸਰਹੱਦੀ ਇਲਾਕਾ ਰਿਹਾ ਸ਼ੁਰੂ ਤੋਂ ਜੀ। ਵੀਰ ਹੋਣਾ ਦੇ ਕਹਿਣ ਮੁਤਾਬਕ ਇਹਨਾਂ ਕਿਸੇ ਦੇ ਅੜੀ ਮੰਨੀ ਨਹੀਂ ਹਨਾ। ਹਾਂ, ਇਹ ਟੈਨ ਨਾ ਮੰਨਣ ਕਿਸੇ ਦੀ, ਜਿੱਦਾਂ ਮਰਜ਼ੀ ਆਪਾਂ ਕਿਸੇ ਨੂੰ ਢਾਹ ਸਕਦੇ ਹਾਂ। ਹੁਣ ਦੇਖੋ ਇੱਕ ਹੋਰ ਗੱਲ, ਵੀਰ ਹੋਣਾ ਨੇ 3-4 ਗਾਇਕ ਦੱਸੇ, ਜੀ ਉਹ 3-4 ਗਾਇਕ ਤੋਂ ਇਲਾਵਾ ਹੋਰ ਬਹੁਤ ਸਾਰੇ ਗਾਇਕ ਏਦਾਂ ਦੇ ਹੈਗੇ ਆ ਜਿਹੜਾ ਚੰਗਾ ਗਾਉਣ ਵਾਲੇ ਆ ਹਨਾ। ਪਰ ਆਪਾਂ ਉਹ 3-4 ਗਾਇਕ ਤਾਂ ਕਿ ਉਹਨਾਂ ਦੇ 3-4 ਗਾਣੇ ਸਾਹਿਤਕ ਤੌਰ ਤੇ ਸੱਜਣਦੀਪ ਬਣਾ ਦੇਣ, ਮਤਲਬ ਕਹਿ ਸਕਦੇ ਹਾਂ ਕਿ ਇੱਕ ਪਛਾਣ ਹੋਣ ਕਰਕੇ ਹਨਾ, ਆਪਣੇ ਨਾਲ ਯੂਨੀਵਰਸਿਟੀ ਦੇ ਵਿੱਚ ਹੋਣ ਕਰਕੇ ਹਨਾ, ਲੋਕਾਂ ਨਾਲ ਸਾਂਝ ਹੋਣ ਕਰਕੇ, ਇੱਕ ਉਹਦੇ ਗਾਣੇ ਜਿਹੜੇ ਥੋੜਾ ਜਿਹਾ ਕਹਿ ਸਕਦੇ ਆ ਕਿ ਪੜ੍ਹੇ ਲਿਖੇ ਲੋਕਾਂ ਦੇ ਗਾਣੇ ਥੋੜਾ ਜਿਹਾ ਸਾਹਿਤਕ ਰੂਪ ਦੇ ਵਿੱਚ ਆ ਜਾਂਦੇ ਆ ਨਾ। ਆਪਣੀ ਗੱਲ ਨੂੰ ਜੋ ਕਹਿਣ ਦਾ ਜਿਹੜਾ ਤਰੀਕਾ ਨਾ, ਉਹ ਮਿੱਠਾ ਤਰੀਕਾ ਹੋ ਜਾਂਦਾ ਹਨਾ। ਹੁਣ ਵੇਖੋ ਸੱਜਣਦੀਪ ਦੇ ਗਾਣੇ ਵਧੀਆ ਆਏ ਜੀ, ਭਾਵੇਂ ਇਸ਼ਕ ਵਾਲੇ ਨੇ ਜਿੱਦਾਂ ਮਰਜ਼ੀ ਆ, ਪਰ ਉਹ ਇਸ਼ਕ ਜਿਹੜਾ ਮਿੱਠਾ ਇਸ਼ਕ ਆ ਹਨਾ। ਉਹ ਇਸ਼ਕ ਦੇ ਗਾਣੇ ਉੱਤੇ ਭਾਵੇਂ ਤੁਸੀਂ ਕਹਿਣਾ ਕਿ ਗੱਲ ਏਦਾਂ ਕਹਿ ਰਿਹਾ, ਪਰ ਗੱਲ ਕਰਨੀ ਬਣਦੀ ਆ। ਬਿਲਕੁਲ। ਅੱਜ PTC ਨਿਊਜ਼ ਉੱਤੇ ਅੱਜ 1 ਘੰਟੇ ਦੀ ਡਿਬੇਟ ਚੱਲੀ ਸਿੱਧੂ ਮੂਸੇਵਾਲੇ ਉੱਤੇ। ਠੀਕ ਹੈ, ਸੱਜਣਦੀਪ ਦਾ ਚੰਗਾ ਗਾਣਾ ਆਇਆ ਵਾ, ਕਦੇ ਕਿਸੇ ਨੇ ਡਿਬੇਟ ਨਹੀਂ ਕੀਤੀ। ਇੱਕ ਗਾਣਾ ਆਪਣਾ ਕਹਿੰਦੇ ਹੁੰਦੇ ਆ ਟੌਪ ਤੇ ਪੰਜਾਬੀ ਗਾਣਾ ਚੱਲਣ ਦਿਆ ਇੰਡੀਆ ਦਾ। ਠੀਕ ਹੈ, ਹਰਮਨ ਦਾ ਲਿਖਿਆ ਗਾਣਾ। ਠੀਕ ਹੈ, ਆਪਣੇ ਐਮੀ ਵਿਰਕ ਨੇ ਗਾਇਆ, ਨਹੀਂ ਉਹ ਕਿੱਦਾਂ ਉਹਨਾਂ ਨੇ ਲੌਂਗ ਲਾਚੀ ਹਨਾ, ਉਹ ਐਮੀ ਵਿਰਕ ਦੀ ਫਿਲਮ ਦੇ ਵਿੱਚ ਹਨਾ। ਉਹਦੇ ਉੱਤੇ ਮੈਨੂੰ ਤੁਸੀਂ ਵਿਖਾ ਦਿਓ ਕਹੇ ਚੈਨਲ ਉੱਤੇ ਡਿਬੇਟ ਹੋਈ ਹੋਵੇ ਕਿ ਯਾਰ ਏਦਾਂ ਦਾ ਸਾਹਿਤ ਹੋਣਾ ਚਾਹੀਦਾ, ਏਦਾਂ ਦਾ ਗਾਣਾ ਹੋਣਾ ਚਾਹੀਦਾ। ਠੀਕ ਹੈ, ਉੱਤੋਂ ਮੈਨੂੰ ਇਸੇ ਬਹਿਸ ਤੋਂ ਇੱਕ ਗੱਲ ਚੇਤੇ ਆ ਗਈ, ਇੱਕ ਵਕੀਲ ਬੈਠਾ ਆ, ਹਾਂਜੀ, ਇੱਕ ਬੈਠਾ ਵਾ ਕਿਸੇ ਮਤਲਬ ਕਿ ਨਾਟਕ ਮੰਚ ਦਾ ਕੋਈ ਕਹਿ ਸਕਦੇ ਆ, ਕੋਈ ਮੈਨੇਜਰ ਜਾਂ ਕੋਈ ਵੀ ਲਾ ਲਓ, ਇੱਕ ਬੈਠਾ ਲੇਖਕ ਵਿੱਚ, ਕਿ ਪ੍ਰਸਿੱਧ ਲੇਖਕ ਨਾਲ ਮੈਂਸ਼ਨ ਹੋ ਰਿਹਾ ਸੀ। ਠੀਕ ਹੈ, ਤੇ ਇੱਕ ਹੋਰ ਹੀ ਮੇਰੇ ਧਿਆਨ 'ਚ ਨਹੀਂ ਆਇਆ। ਠੀਕ ਹੈ, ਵਕੀਲ ਗੱਲ ਕਰ ਰਿਹਾ ਆਪਣੀ। ਠੀਕ ਹੈ, ਕਿ ਤੁਸੀਂ ਵਕੀਲ ਨੇ ਗੱਲ ਕੀਤੀ ਕਿ ਤੁਸੀਂ ਦੇਖੋ, ਤੁਸੀਂ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕਰਨ ਦੇ ਜੇ ਕਿ ਉਹ ਗਲਤ ਆ। ਠੀਕ ਹੈ, ਪਰ ਤੁਸੀਂ ਕਿਉਂ ਨਹੀਂ ਸਰਕਾਰ ਨੂੰ ਕਹਿੰਦੇ ਕਿ ਤੁਸੀਂ ਆਪਣਾ ਕੋਈ ਬੋਰਡ ਏਦਾਂ ਦਾ ਤਿਆਰ ਕਰੋ, ਸੈਂਸਰ ਬੋਰਡ ਨੂੰ ਹਦਾਇਤਾਂ ਦਿਓ ਕਿ ਗਾਣਾ ਪਾਸ ਕੀਤੇ ਤੋਂ ਬਿਨਾਂ ਰਿਲੀਜ਼ ਨਾ ਹੋਣ ਦਿੱਤਾ ਜਾਵੇ। ਪਰ ਸਿੱਧੂ ਮੂਸੇਵਾਲਾ ਦੇ ਫਿਰ ਵੀ ਕਹਿੰਦੇ ਪਾਸ ਹੋ ਕੇ ਆਉਂਦੇ ਆ, ਉਹ ਕਹਿੰਦਾ ਮੈਂ ਸੈਂਸਰ ਕਰਵਾ ਕੇ। ਉਹ ਤੇ ਵੇਖੋ ਨਾ, ਤੁਹਾਨੂੰ ਮੈਂ ਗੱਲ ਦੱਸਦਾ, ਤੁਸੀਂ ਕਿਉਂ ਨਹੀਂ ਇੱਕ ਸਿੰਗਰ ਪੂਰੀਆਂ ਹਦਾਇਤਾਂ ਤਿਆਰ ਕਰਦੇ ਕਿ ਆਹ ਚੀਜ਼ ਤੁਸੀਂ ਮੰਨ ਲਓ, ਤੁਸੀਂ AK-47 ਦਾ ਵਰਡ ਹੀ ਨਹੀਂ ਇਸਤੇਮਾਲ ਕਰਨਾ, ਕਿਸੇ ਵੀ ਹਥਿਆਰ ਦਾ ਵਰਡ ਨਹੀਂ ਇਸਤੇਮਾਲ ਕਰਨਾ, ਕਿ ਤੁਸੀਂ ਜੇ ਇਸ ਤਰੀਕੇ ਦੇ ਤੁਹਾਡੀ ਵਰਡਿੰਗ ਹੋਈ, ਹਾਲੇ ਕਿ YouTube ਵੀ ਜੇਕਰ ਕੋਈ ਵਰਡ ਯੂਜ਼ ਕਰਦੇ ਨੇ, ਉਹਨਾਂ ਦੇ ਜਿਹੜੇ ਹਦਾਇਤਾਂ ਦੇ ਅੰਦਰ ਗਲਤ ਸਾਬਤ ਹੁੰਦਾ ਵਾ, ਉਹ ਵੀਡੀਓ ਰਿਮੂਵ ਕਰ ਦਿੰਦੇ ਆ। ਠੀਕ ਹੈ, ਅਸੀਂ ਕਿਉਂ ਨਹੀਂ ਸੈਂਸਰ ਬੋਰਡ ਤਿਆਰ ਕਰਦੇ? ਵਕੀਲ ਇਹ ਗੱਲ ਕਹਿ ਰਿਹਾ ਸੀ। ਠੀਕ ਹੈ, ਤੇ ਵਕੀਲ ਨੇ ਇੱਕ ਗੱਲ ਕਹਿ ਕਰਤੀ ਕਿ ਦੇਖੋ ਵੀ ਯੂਥ ਜੋ ਪਸੰਦ ਕਰਦਾ ਵਾ ਸਿੰਗਰਾਂ ਨੇ ਉਹ ਗਾਉਣਾ ਆ। ਠੀਕ ਹੈ,
ਹਾਂਜੀ ਕਿ ਯੂਥ ਦੀ ਜਿਹੜੀ ਦੇਖੋ ਹੁਣ ਜਿਹੜਾ ਉਹਨੇ ਸਿੱਧੂ ਮੂਸੇਵਾਲੇ ਨੂੰ ਜੇ ਸੁਣਿਆ ਜਾ ਰਿਹਾ ਤਾਂ ਉਹਨੇ ਸੁਣਾਉਣਾ ਹੈ। ਤੇ ਇੱਕ ਜਿਹੜੇ ਆਪਣੇ ਲੇਖਕ ਬੈਠੇ ਸੀ, ਚਲੋ ਪ੍ਰਸਿੱਧ ਲੇਖਕ ਜਿੱਦਾਂ ਵੀ ਆ, ਕਹਿਣੀ ਤੇ ਕਥਨੀ ਦਾ ਕਹਿੰਦੇ ਹੁੰਦੇ ਫਰਕ ਆ ਜਾਂਦਾ ਵਾ, ਕਥਨੀ ਤੇ ਕਰਨੀ ਦਾ ਫਰਕ ਆ ਜਾਂਦਾ ਹਨਾ। ਹਾਂਜੀ ਉਹ ਕਹਿੰਦੇ ਕਿ ਤੁਸੀਂ ਦੇਖੋ, ਉਹਨਾਂ ਸਿੱਧਾ ਕਹਿੰਦਾ ਕਿ ਤੁਸੀਂ ਕਦੇ ਸਾਹਿਤ ਦੀਆਂ ਤੁਸੀਂ ਕਦੇ ਕਿਤਾਬਾਂ ਨਹੀਂ ਪੜ੍ਹੀਆਂ, ਤੁਸੀਂ ਸਾਹਿਤ ਦੀ ਕੀ ਗੱਲ ਕਰੋਗੇ, ਲੇਖਕ ਕਹਿੰਦਾ ਵਕੀਲ ਨੂੰ। ਮੇਰੇ ਹੈਰਾਨੀ ਹੋਈ ਕਿ ਮੈਂ ਕਿਹਾ ਯਾਰ ਉਹ ਬੰਦਾ ਵਕੀਲ ਆ, ਬਿਨਾਂ ਪੜ੍ਹੇ ਵਕੀਲ ਕਿਹੜਾ ਬਣ ਜਾਂਦਾ, ਠੀਕ ਹੈ। ਉਹਨਾਂ ਨੇ ਸਾਹਿਤ ਕਿਹਾ ਹੋਣਾ ਨਾ। ਨਹੀਂ ਸਾਹਿਤ ਦੀ ਗੱਲ ਨਹੀਂ, ਤੁਸੀਂ ਕਦੇ ਕਿਤਾਬਾਂ ਨਹੀਂ ਪੜ੍ਹੀਆਂ, ਠੀਕ ਹੈ, ਤੁਸੀਂ ਕਦੇ ਕਿਤਾਬਾਂ ਨਹੀਂ ਪੜ੍ਹੀਆਂ। ਤੁਸੀਂ ਦੇਖੋ ਹੁਣ ਵਕੀਲ ਕਿਉਂ ਆਪਾਂ ਕਿਸੇ ਨੂੰ ਜੱਜ ਕਰ ਲੈਂਦੇ ਹਾਂ ਕਿ ਵਕੀਲ ਕਿਤਾਬਾਂ ਨਹੀਂ ਪੜ੍ਹ ਸਕਦਾ ਹਨਾ। ਵੇਖੋ ਹੁਣ ਵਕੀਲ ਆਪਣੇ ਨਾਲ, ਮੈਂ ਦਿਖਾ ਦਿੰਦਾ ਆਪਣੇ ਨਾਲ, ਚਲੋ ਨਾਂ ਫੇਰ ਨਹੀਂ ਮਿਲਣਾ ਮੇਰੇ ਮੂੰਹ ਚੋਂ, ਨਾਂ ਨਿਕਲ ਚੱਲਿਆ, ਤੁਸੀਂ ਜਾਣਦੇ ਜੇ ਆਪਣੀ ਨਾਲ ਜੁੜੇ ਹੋਏ ਨੇ ਵਕੀਲ ਵੀ, ਇੱਕ ਹਰਿਆਣੇ ਆਪਣੇ ਪੰਜਾਬ ਹਰਿਆਣੇ ਕੋਰਟ ਵਿੱਚ ਹੈਗੇ ਆ ਹਨਾ। ਬਿਲਕੁਲ ਜੀ, ਤੁਹਾਨੂੰ ਵਰਿੰਦਰ ਜੀ ਪਤਾ ਹੋਣਾ ਉਹਨਾਂ ਦਾ। ਹਾਂਜੀ 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 ਜੀ। ਉਹ ਬੰਦੇ ਤੋਂ ਸਾਹਿਤ ਨਾਲ ਜੁੜਿਆ ਨਹੀਂ ਕਹਿ ਸਕਦੇ ਉਹਨੂੰ ਆਪਾਂ। ਹਾਂ ਬਿਲਕੁਲ, ਵੱਡੇ ਮੁੱਦੇ ਵਿੱਚ ਵੀਰਾ ਜਿੱਦਾਂ ਵੀ ਹਨਾ, ਉਹ ਕਿਤਾਬਾਂ ਪੜ੍ਹਦਾ, ਠੀਕ ਹੈ। ਹੁਣ ਮੇਰੇ ਨਾਲ ਲਾ ਦੇ ਬੜੇ ਵਿਦਿਆਰਥੀ ਏਦਾਂ ਦੇ ਰਹੇ ਆ ਜਿਹੜੇ ਮੇਰੇ ਤੋਂ ਵੀ ਲਿਟਰੇਚਰ ਦੀਆਂ ਕਿਤਾਬਾਂ ਲੈਂਦੇ ਰਹੇ ਆ ਪੜ੍ਹਨ ਨੂੰ, ਠੀਕ ਹੈ। ਆਪਾਂ ਕਿਸੇ ਨੂੰ ਏਦਾਂ ਕਹਿਣਾ ਕਿ ਲੈ ਵੀ ਤੈਨੂੰ ਸਾਹਿਤ ਦਾ ਨਹੀਂ ਪਤਾ, ਤੂੰ ਕੀ ਜਾਣਦਾ ਸਾਹਿਤ ਬਾਰੇ, ਠੀਕ ਹੈ। ਇਹ ਗੱਲ ਕਰਨੀ ਸ਼ੋਭਾ ਨਹੀਂ ਦਿੰਦੀ ਉੱਥੇ ਉਹਨੂੰ, ਲੇਖਕ ਸਾਹਿਬ ਨੂੰ, ਕਿਉਂਕਿ ਫਿਰ ਜੇ ਤੇ ਇਹ ਗੱਲ ਆਈ ਕਿ ਤੂੰ ਸਾਹਿਤ ਦੀ ਗੱਲ ਨਹੀਂ ਕਰ ਸਕਦਾ। ਮੈਨੂੰ ਇਹ ਗੱਲ ਵੀ ਹਜਮ ਨਹੀਂ ਹੋ ਰਹੀ ਮੀਤ ਜੀ ਜੀ, ਮੈਨੂੰ ਇੱਕ ਇਹ ਗੱਲ ਵੀ ਹਜਮ ਨਹੀਂ ਆਈ ਕਿ ਤੁਸੀਂ ਇੰਨੀਆਂ ਵਧੀਆ ਗਜ਼ਲਾਂ ਲਿਖ ਲੈਂਦੇ ਹੋ, ਇੰਨਾ ਵਧੀਆ ਤੁਸੀਂ ਵੀ ਸਾਹਿਤ ਦੇ ਵਿੱਚ ਸਾਹਿਤ ਪੜ੍ਹਦੇ ਹੋ, ਸਾਹਿਤ ਨਾਲ ਜੁੜੇ ਹੋਏ ਹੋ, ਫਿਰ ਵੀ ਤੁਸੀਂ ਇੱਕ ਅਜਿਹੇ ਗੀਤਾਂ ਦੀ ਕਿਉਂ ਤੁਸੀਂ ਹਮਾਇਤ ਕਰ ਰਹੇ ਹੋ, ਕਾਰਨ ਕੀ ਹੈ? ਨਹੀਂ ਦੇਖੋ, ਮੈਂ ਗੀਤਾਂ ਦੀ ਹਮਾਇਤ ਕਿਤੇ ਵੀ ਨਹੀਂ ਕਰ ਰਿਹਾ, ਮੈਂ ਹਰ ਵਾਰ ਤੁਹਾਨੂੰ ਇਹੋ ਹੀ ਕਹਿਣਾ ਵਾਂ ਕਿ ਸਿੱਧੂ ਮੂਸੇਵਾਲਾ ਵਪਾਰੀ ਆ, ਤੇ ਜੇ ਕੋਈ ਬੰਦਾ 3-4 ਲੱਖ ਰੁਪਇਆ ਲਾ ਕੇ ਆਪਣਾ ਕੋਈ ਵਪਾਰ ਕੋਈ ਚੀਜ਼ ਸ਼ੁਰੂ ਕਰਦਾ, ਉਹ ਕਿਉਂ ਨਾ ਚਾਹੂਗਾ, ਉਹ ਸਿਰਫ ਆਪਣੇ ਫਾਇਦੇ ਲਈ ਚਾਹੂਗਾ ਤੇ ਮੇਰਾ ਜਿੱਥੇ ਫਾਇਦਾ ਹੁੰਦਾ ਮੈਂ ਉਹੀ ਕੰਮ ਕਰਾਂ, ਠੀਕ ਹੈ। ਮੈਂ ਤੁਹਾਨੂੰ ਅੱਗੇ ਫਿਰ ਆਪਣਾ ਹੱਕ ਇਹ ਬਣਦਾ ਨਾ ਲੋਕਾਂ ਨੂੰ, ਉਹ ਗੱਲ ਦੇਖੋ ਮੇਰੀ ਗੱਲ ਸੁਣਿਓ, ਮੈਂ ਤੁਹਾਨੂੰ ਅੱਗੇ ਵੀ ਐਗਜ਼ਾਮਪਲ ਦਿੰਦਾ ਹੁੰਦਾ ਵਾਂ ਕਿ ਚੰਗੇ ਗਾਣੇ ਲਾ ਕੇ ਪੱਲਿਓਂ ਪੈਸੇ ਲਾ ਕੇ ਚੰਗੇ ਗਾਣੇ ਕੋਈ ਕਰੇ ਤੇ ਉਹਦਾ ਚੱਲੇ ਨਾ, ਤੇ ਅਗਲੀ ਵਾਰ ਉਹਦਾ ਨਵਾਂ ਗਾਣਾ ਨਹੀਂ ਆਊਗਾ। ਹੁਣ ਵੇਖੋ ਸੰਗੀਲਾ ਜੀ ਇਸ ਦੀ ਉਦਾਹਰਨ ਆ, ਬਹੁਤ ਇਹੋ ਜਿਹੇ ਸਿੰਗਰ ਹੈ, ਇਹੋ ਜਿਹੇ ਉਦਾਹਰਨ ਹੈਗੇ ਆ ਜਿਹੜੇ ਪੱਲਿਓਂ ਪਰਦੇਸੀ ਗਾਣਾ ਆਇਆ ਸੀ ਮੁੰਡੇ ਦਾ, ਇੰਦਰ ਮੋਗਾ ਨਾਂ ਦਾ ਹੈਗਾ, ਮੇਰੇ ਨਾਲ ਐਡ ਆ, ਉਹਦਾ ਇੱਕ ਗਾਣਾ ਆਇਆ ਇੰਦਰ ਮੋਗਾ ਦੇ ਨਾਂ ਦੇ। ਮੈਨੂੰ ਨਹੀਂ ਲੱਗਦਾ ਕਿ ਉਹ ਵਿਚਾਰੇ ਦੀ ਐਡਵਰਟਾਈਜ਼ਮੈਂਟ ਕਰਕੇ ਵੀ ਇੱਧਰ ਆਪਣਾ ਜਿੰਨਾ ਕੁ ਪੱਲਿਓਂ ਲਾ ਸਕਦਾ ਸੀ ਯਤਨ ਲਾ ਕੇ ਵੀ ਉਹਦੇ ਨਾਲ ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ ਤੇ 2-3 ਲੱਖ ਤੋਂ ਵੱਧ ਇਹ ਵੀ ਮੁਸ਼ਕਲ ਨਾਲ ਆ ਕਿ ਵਿਊ ਟੱਪੇ ਹੋਣਗੇ, ਠੀਕ ਹੈ। ਤੇ ਹੁਣ ਵੇਖੋ, ਹੁਣ ਉਹ ਬੰਦੇ ਨੂੰ ਦੁਬਾਰਾ ਗਾਣਾ, ਹਜੇ ਉਹਨਾਂ ਨੇ ਮੁੰਡਿਆਂ ਨੇ ਪੈਸੇ ਇਕੱਠੇ ਕਰਕੇ ਉਹਦਾ ਗਾਣਾ ਕਢਵਾਇਆ ਸੀ, ਤੇ ਉਹਨੇ ਬੰਦੇ ਨੇ ਕੋਈ ਹਥਿਆਰਾਂ ਦਾ ਗਾਣਾ ਨਹੀਂ ਕੱਢਿਆ, ਠੀਕ ਹੈ। ਉਹ ਬੰਦੇ ਨੇ ਗਾਣਾ ਕੱਢਿਆ ਆਪਣਾ, ਫਿਰ ਵੀ ਜੋ ਸਮਾਜਿਕ ਪਰਦੇਸੀ ਕਹਿ ਕੇ ਵੇਖ ਲਓ, ਪ੍ਰਦੇਸਾਂ ਦੇ ਜੋ ਹਾਲ ਆ, ਠੀਕ ਹੈ, ਜੋ ਸਾਡਾ ਯੂਥ ਪ੍ਰਦੇਸੀ ਜਾਂਦਾ ਹਨਾ, ਠੀਕ, ਉਹਨੇ ਉਹ ਗਾਣਾ ਕੱਢਿਆ, ਠੀਕ ਹੈ। ਹੁਣ ਵੇਖੋ ਉਹਨੂੰ ਜੇ ਕਿਤੇ ਇੰਨਾ ਪਸੰਦ ਕੀਤਾ ਜਾਂਦਾ ਜਿੰਨਾ ਸਿੱਧੂ ਮੂਸੇਵਾਲੇ ਨੂੰ ਕੀਤਾ ਜਾ ਰਿਹਾ, ਜਾਂ ਇੰਨੀ ਉਹਦੇ ਤੇ ਕਿਤੇ ਡਿਬੇਟ ਹੁੰਦੀ ਉਸ ਗਾਣੇ ਉੱਤੇ, ਇੰਨੀ ਚਰਚਾ ਚ ਉਹ ਗਾਣਾ ਆਉਂਦਾ, ਉਹਦਾ ਅਗਲੇ ਵਿਚਾਰੇ ਦੇ 2 ਗਾਣੇ ਉਹਦੇ ਨਾਲੇ ਉਹਨੂੰ ਕੋਈ ਫਾਇਦਾ ਹੁੰਦਾ, ਤੇ ਕੋਈ ਹੋਰ ਵਿਚਾਰਾ ਮੇਰੇ ਵਰਗਾ ਯਾਰ ਉਹ ਕਰੋ ਤੁਸੀਂ ਕਰਮਜੀਤ ਜੀ। ਹਾਂਜੀ ਵਰਿੰਦਰ ਜੀ, ਇਹ ਨਾ ਸਾਥੀ ਜਿਹੜੀ ਦਲੀਲ ਦੇ ਰਹੇ ਆ ਨਾ ਜੀ, ਹੁਣ ਆਪਣੇ ਸਮਾਜ 'ਚ ਬੇਰੁਜ਼ਗਾਰੀ ਬਹੁਤ ਆ। ਹਾਂਜੀ, ਕੱਲ ਹੀ ਅਸੀਂ ਇੱਕ ਪਿੰਡ ਇੱਕ ਮੀਟਿੰਗ ਕੀਤੀ, ਹਾਂਜੀ, ਤੇ ਮੀਟਿੰਗ ਤੋਂ ਪਹਿਲਾਂ ਇੱਕ ਮੁੰਡਾ ਗੱਲ ਕਰਨ ਲੱਗ ਗਿਆ, ਕਹਿੰਦਾ ਮੈਂ ਦਾਰੂ ਵੇਚਦਾ। ਅੱਛਾ ਜੀ, ਕਹਿੰਦਾ ਦਾਰੂ ਇਸ ਕਰਕੇ ਵੇਚਦਾ ਕਿਉਂਕਿ ਸਰਕਾਰ ਰੁਜ਼ਗਾਰ ਨਹੀਂ ਦੇ ਰਹੀ। ਹਾਂ ਜੀ, ਹਾਂਜੀ ਇਹ ਦਲੀਲ ਦੇਣੀ ਬਈ ਮੈਂ ਇਸ ਕਰਕੇ ਮਾੜਾ ਗਾਊਂਗਾ ਕਿਉਂਕਿ ਮੇਰਾ ਚੰਗਾ ਵਿਕਣਾ ਨਹੀਂ ਹੈ। ਹਾਂ ਠੀਕ ਹੈ, ਜਿਸ ਤਰ੍ਹਾਂ ਦਾ ਲਬਾਦਾ ਪੈ ਗਿਆ ਨਾ ਇਹਦੇ ਤੇ, ਜਿੰਨੀ ਧੁੰਦ ਆ ਸਾਡੀਆਂ ਅੱਖਾਂ ਦੇ ਸਾਹਮਣੇ ਆ ਚੁੱਕੀ ਆ, ਅਸੀਂ ਗਾਇਕੀ ਨੂੰ ਵਪਾਰ ਹੀ ਸਮਝ ਲਿਆ। ਹਾਂਜੀ, ਅਸੀਂ ਆਪਦੇ ਮੂੰਹੋਂ ਬੋਲ ਕੇ ਕਹਿ ਰਹੇ ਗਾਇਕੀ। ਦੇਖੋ ਭਾਜੀ, ਇੱਥੇ ਮੈਂ ਤੁਹਾਨੂੰ ਇਹ ਗੱਲ ਮੇਰੇ ਨਾਲ ਚੱਲ ਜਾਣੀ ਹੈ, ਇੱਥੇ ਮੈਨੂੰ ਗੱਲ ਜੀ ਕਰੋ ਤੇ ਨਾ ਕਮਾਉਣ ਦੀ ਚੀਜ਼ ਨਹੀਂ ਹੈਗੀ। ਵੇਖੋ ਜੀ, ਇਹ ਮੈਂ ਗੱਲ ਕਰਦਾ, ਦੇਖੋ ਗਾਇਕੀ ਦੇ ਜ਼ਰੀਏ ਲੋਕਾਂ ਦੀ ਜੀ, ਕਰਮਜੀਤ ਜੀ ਸਿਰਫ ਇੱਕ ਮਿੰਟ ਮੇਰੀ ਗੱਲ ਸੁਣੋ, ਤੁਸੀਂ ਵੇਖੋ ਮੇਰੀ ਵੀ ਗੱਲ ਇੱਥੇ ਵਿੱਚ ਨਾ ਰਹਿ ਜਾਣੀ, ਇੱਥੇ ਗੱਲ ਰਹਿ ਜਾਣੀ ਜੇ ਇਹ ਗੱਲ ਜਿਹੜੀ ਕਰਨ ਲੱਗਾ ਨਾ, ਸ਼ਾਇਦ ਤੋਂ ਬਾਅਦ ਹਾਂ ਕਰਨ ਦਿਓ ਜੀ, ਬਦਲ ਜਾਣਗੇ ਥੋੜੇ ਜਿਹੇ। ਹਾਂਜੀ, ਅਸੀਂ ਇੱਕ ਗਾਇਕ ਦੇ ਉੱਤੇ ਬਹਿਸ ਕਰ ਰਹੇ ਇਸ ਕਰਕੇ ਕਿ ਗਾਇਕੀ ਜਿਹੜੀ ਹੈ ਉਹਦਾ ਕੰਮ ਸਮਾਜ ਦੀ ਸੇਵਾ ਕਰਨਾ, ਠੀਕ ਹੈ। ਇਹ ਬਹੁਤ ਤਗੜਾ ਕਿ ਉਹਨੇ ਸਮਾਜ ਦਾ ਵਿਗਾੜ ਕੇ ਵਪਾਰ ਕਰਕੇ ਬਹੁਤ ਤਗੜਾ ਪਾਪ ਕਰ ਦਿੱਤਾ ਜਿਹੜਾ ਕਿਸੇ ਨੇ ਕੀਤਾ ਨਹੀਂ। ਹੁਣ ਸੁਣੋ ਇੱਕ ਗੱਲ ਮੇਰੀ,
ਇਹ ਤੇ ਮਸਲਾ ਹੀ ਕੋਈ ਨਹੀਂ। ਪਹਿਲੀ ਗੱਲ ਤੇ ਵਿਚਾਰ ਇਸ ਮਸਲੇ ਤੇ ਹੁੰਦੇ, ਮੈਨੂੰ ਥੋੜਾ ਜਿਹਾ ਫੀਲ ਹੁੰਦਾ। ਮੈਂ ਕਹਿ ਇਸ ਕਰਕੇ ਨਹੀਂ ਰਿਹਾ ਕਿ ਕੋਈ ਨਹੀਂ ਸਾਡੇ ਵੀਰ ਭਰਾ ਆ ਹਨਾ ਕਿ ਇਸ ਗੱਲ ਤੇ ਵੀ ਮਸਲੇ ਤੇ ਚਰਚਾ ਕਰਨੀ ਬਣਦੀ ਆ, ਕਿਉਂਕਿ ਇਹ ਤੋਂ ਸ਼ਾਇਦ ਅੱਗੇ ਜਾ ਕੇ ਇਸ ਮਸਲੇ ਤੇ ਚਰਚਾ ਨਾ ਹੋਵੇ ਤੇ ਚੰਗਾ ਆ ਹਨਾ। ਬਹੁਤ ਵਧੀਆ ਗੱਲ ਆ ਤੁਹਾਡੀ ਇਹ, ਕਿਉਂਕਿ ਸਾਨੂੰ ਬਹੁਤ ਤਰਾਸਦੀ ਹੈ ਕਿ ਸਾਨੂੰ ਅਜਿਹੇ ਮਸਲਿਆਂ ਦੇ ਉੱਤੇ ਵੀ ਵਿਚਾਰ ਚਰਚਾ ਕਰਨੀ ਪੈ ਰਹੀ ਹੈ ਜੀ। ਹੁਣ ਵੇਖੋ ਮੈਂ ਤੁਹਾਨੂੰ ਇੱਕ ਗੱਲ ਵੇਖੋ, ਹੁਣ ਵੇਖੋ ਸਭ ਤੋਂ ਵੱਡਾ ਗਿਆਨ ਕਿਸ ਚੀਜ਼ ਦਾ ਦਾਨ ਹੈਗਾ ਵਾ, ਮੇਰੇ ਹਿਸਾਬ ਨਾਲ ਹੈਗਾ ਵਿਦਿਆ ਦਾ ਦਾਨ। ਜੇ ਅਸੀਂ ਵਿਦਿਆ ਦੇ ਖੇਤਰ ਵਿੱਚ ਵਪਾਰ ਹੋਇਆ ਨਹੀਂ ਨਾ ਰੋਕ ਸਕਦੇ ਜੀ, ਤੇ ਫਿਰ ਸਾਨੂੰ ਗਾਇਕਾਂ ਤੇ ਗੱਲ ਕਰਨ ਦੀ ਕੋਈ ਹੱਕ ਹੀ ਨਹੀਂ ਹੈਗਾ ਕਿ ਅਸੀਂ ਇਹ ਕਹੀਏ ਕਿ ਗਾਇਕ ਗਲਤ ਗਾ ਰਹੇ। ਕਰਮਜੀਤ ਜੀ ਇਸ ਚੀਜ਼ ਤੇ ਲੜਾਈ ਲੜ ਰਹੇ ਆ ਮੇਰੇ ਖਿਆਲ ਨਾਲ, ਕਿਉਂ ਜੀ? ਬਾਜੀ ਮੇਰੀ ਗੱਲ ਸੁਣਿਓ। ਜਿਹੜੀ ਹੈਲੋ ਨਾ ਵੀ ਅੜੀ ਵਾਲੀ, ਇਹ ਅਸਲ 'ਚ ਅੜੀ ਹੈ। ਜਿਹੜੀ ਇਹ ਗੱਲ ਕਹਿ ਰਹੇ ਨਾ ਕਿ ਉੱਥੇ ਗਲਤ ਹੋ ਰਿਹਾ, ਇਸ ਕਰਕੇ ਅਸੀਂ ਵੀ ਗਲਤ ਕਰਾਂਗੇ। ਫਿਰ ਬਾਬੇ ਨਾਨਕ ਤੇ ਪੈਰੋਕਾਰ ਤਾਂ ਨਾ ਹੋਏ ਨਾ। ਹਾਂਜੀ, ਬਾਬਾ ਜੀ ਲੋਕਾਂ ਨੇ ਕਰਾਈ ਹੈ, ਬਾਬੇ ਨਾਨਕ ਦੇ ਲੋਕਾਂ ਨੇ ਵੱਟੇ ਮਾਰੇ ਜੀ। ਜੇ ਬਾਬਾ ਨਾਨਕ ਇਹ ਕਹਿ ਦਿੰਦਾ, ਇਹ ਬਾਬਾ ਨਾਨਕ ਤਾਂ ਫਿਰ ਇਹ ਲਿਖਦਾ ਹੀ ਨਾ, ਕੂੜ ਫੇਰੇ ਪ੍ਰਧਾਨ ਵੇਲਾ ਲੋ ਜੀ। ਫਿਰ ਇਹ ਜਿਹੜੀ ਚਾਰੇ ਪਾਸੇ ਹਨੇਰੇ ਦਾ ਰਾਜ ਸੀਗਾ, ਠੀਕ ਹੈ। ਉਹਦੇ ਵਿੱਚੋਂ ਬਾਬੇ ਨਾਨਕ ਨੇ ਆਪਦੀ ਗੱਲ ਕਹੀ। ਦੇਖੋ ਫਿਰ ਇਹਦੇ ਵਿੱਚ ਬਾਬੇ ਨੇ ਕਿਹਾ ਸੀ ਕਿ ਕੂੜ ਫਿਰੇ ਪ੍ਰਧਾਨ ਵੇਲਾ ਲੋ, ਚਾਰੇ ਪਾਸੇ ਕੂੜ ਦਾ ਪਾਰਾ ਵਾ। ਤੇ ਬਾਬੇ ਨਾਨਕ ਨੇ ਵਿਚਾਰ ਪੇਸ਼ ਕੀਤੇ। ਰੁਕੋ ਮੇਰੀ ਗੱਲ ਸੁਣੋ ਸੁਣ ਲਓ। ਦੇਖੋ ਹਾਂ, ਸੁਣਾ ਦਿਓ ਜੀ ਤੁਸੀਂ। ਆਪਦੇ ਦਿਮਾਗ 'ਚ ਰੱਖ ਲਓ, ਮੇਰੀ ਗੱਲ ਵੀ ਸੁਣੋ। ਮੇਰੀ ਵੇਖੋ ਨਾ ਇੱਕ ਇਹ ਗੱਲ, ਕਿਉਂਕਿ ਇੱਥੇ ਨਾਲ ਹੀ ਹੋ ਜਾਏ ਤੇ ਚੰਗਾ। ਵੇਖੋ ਵਿਚਾਰ ਬਾਬੇ ਨਾਨਕ ਨੇ ਪੇਸ਼ ਕੀਤੇ ਉਸ ਸਮੇਂ ਜਦੋਂ ਕੂੜ ਦਾ ਪ੍ਰਚਾਰ ਹੀ ਮੰਨ ਲਓ ਸਿੱਧੂ ਮੂਸੇਵਾਲਾ ਤੇ ਇਹੋ ਜਿਹੇ 36 ਹੋਰ ਸਿੰਗਰ ਕੂੜ ਆ। ਮੇਰਾ ਕੰਮ ਕੀ ਆ? ਮੇਰਾ ਕੰਮ ਹੈ ਆਪਦੀ ਗੱਲ ਦਾ ਪ੍ਰਚਾਰ ਕਰਨਾ। ਮੈਂ ਸਿੱਧੂ ਜਾਣਦਾ ਵਾ, ਮੈਂ ਸਿੱਧੂ ਮੂਸੇਵਾਲੇ ਨੂੰ ਸਿੱਧੇ ਤੌਰ ਤੇ ਮੈਂ ਨਾ ਤੇ ਗਲਤ ਕਹਿਣਾ ਨਾ ਮੈਂ ਸਹੀ ਕਹਿਣਾ। ਮੈਂ ਗੱਲ ਸਿਰਫ ਗਲਤ ਨੂੰ ਗਲਤ ਕਹਿਣਾ, ਸਹੀ ਨੂੰ ਸਹੀ ਕਹਿਣਾ, ਠੀਕ ਹੈ। ਗੱਲ ਇਹ ਹੈ ਕਿ ਸਾਡਾ ਕੰਮ ਵਿਚਾਰ ਰੱਖਣਾ, ਅੱਗੇ ਆਪਣੇ ਸਹੀ ਵਿਚਾਰ ਅੱਗੇ ਪੇਸ਼ ਕਰਨੇ ਆ। ਸਾਡੇ ਵਿਚਾਰ ਅੱਗੇ ਲੋਕਾਂ ਤੱਕ ਪਹੁੰਚਣੇ ਚਾਹੀਦੇ ਆ। ਇਹ ਬਾਬੇ ਨਾਨਕ ਦੀ ਨੀਤੀ ਸੀ। ਬਾਬਾ ਨਾਨਕ ਇਹ ਨਹੀਂ ਕਹਿੰਦਾ ਕਿ ਮੈਂ ਜੇ ਕੋਈ ਗਲਤ ਕੰਮ ਕਰਦਾ ਤੇ ਮੈਂ ਉਹਨੂੰ ਜਾ ਕੇ ਰਗੜਾ ਲਈ ਜਾਵਾਂ ਜਾਂ ਉਹਦਾ ਵਿਰੋਧ ਕਰੀ ਜਾਵਾਂ। ਬਾਬਾ ਨਾਨਕ ਆਪਣੇ ਚੰਗੇ ਵਿਚਾਰ ਪੇਸ਼ ਕਰਦਾ। ਵਿਰੋਧ ਕੀਤਾ ਹੀ ਆ, ਆਪਾਂ ਵੀ ਵਿਰੋਧ ਕਰ ਰਹੇ ਆ। ਬਾਬੇ ਨਾਨਕ ਨੇ ਚੰਗੇ ਵਿਚਾਰ ਪੇਸ਼ ਕੀਤੇ। ਦੇਖੋ ਇਹ ਸਾਰਾ ਸਲੂਕ ਆ ਉਹਨਾਂ ਦਾ ਭਾਜੀ, ਉਹਨਾਂ ਨੇ ਆਪਦੇ ਸਮੇਂ ਦੇ ਬਾਣੀ ਵਿਚਾਰ ਕਰਦੀ ਹੈ, ਬਾਣੀ ਵਿਰੋਧ ਨਹੀਂ ਕਰਦੀ। ਇੱਕ ਇੱਕ ਕਰਕੇ ਕਰਮਜੀਤ ਜੀ ਨੂੰ ਕਰਨ ਦਿਓ ਜੀ ਮਾੜਾ ਜੀ। ਬਾਣੀ ਸੰਵਾਦ ਰਚਾਉਂਦੀ ਹੈ, ਬਾਣੀ ਕਿਤੇ ਵੀ ਵਿਰੋਧ ਨਹੀਂ ਕਰਦੀ ਹੈ ਜੀ। ਬਾਣੀ ਸੰਵਾਦ ਰਚਾਉਂਦੀ ਹੈ ਬਾਬਾ ਜੀ। ਸਿਰ ਧਰ ਤਲੀਮ ਗਲੀ ਮੋਰੀ ਆਓ। ਤੇ ਇਹ ਬਚਨ ਕਿਹਨਾਂ ਦੇ? ਇਹ ਕਿਹਨਾਂ ਦੇ ਬਚਨ ਨੇ? ਇਹ ਵੇਖੋ ਇਹ ਗੱਲ ਹਾਂਜੀ, ਇਹ ਕਿਹਨਾਂ ਦੇ ਬਚਨੀ ਹੈ? ਇਹ ਕਿਹਨਾਂ ਦੇ, ਕਿਹੜੇ ਗੁਰੂ ਸਾਹਿਬ ਨੇ ਇਹ ਬਾਣੀ ਰਚੀ ਹੈ ਜਿਹੜੀ? ਇਹ ਬਾਣੀ ਦੇ ਬਚਨੀ ਆ। ਨਹੀਂ ਹਾਂਜੀ ਹੈ ਬਾਣੀ ਹੈ ਨਾ, ਨਹੀਂ ਬਾਣੀ ਤੇ ਹੈਗੀ ਪਰ ਬਚਨੀ ਹੈ ਨਾ। ਦੇਖੋ ਬਾਬਾ ਜੀ, ਚਲੋ ਕੋਈ ਗੱਲ ਨਹੀਂ। ਪਤਾ ਕਿ ਜੋ ਤੁਸੀਂ ਅੱਗੇ ਵਿਚਾਰ ਰੱਖੋਗੇ ਨਾ, ਜੇ ਆਪਾਂ ਏਦਾਂ ਬੈਠਣ ਲੱਗ ਪਏ ਨਾ ਫਿਰ ਵਿਚਾਰ ਨਹੀਂ ਹੋਣੀ। ਬਾਣੀ ਕਿਤੇ ਵੀ ਵਿਰੋਧ ਨਹੀਂ ਕਰਦੀ। ਨਹੀਂ ਬਹਿਸ ਨਹੀਂ। ਮੈਂ ਦੇਖੋ ਵਰਿੰਦਰ ਜੀ, ਮੈਂ ਸਿਰਫ ਵਿਚਾਰ ਕਰਾਂਗਾ, ਬਹਿਸ ਮੈਂ ਨਹੀਂ ਕਰਾਂਗਾ। ਨਹੀਂ ਤੂੰ ਮੈਨੂੰ ਪਤਾ ਬਿਲਕੁਲ ਤੁਹਾਡੀ। ਹੁਣ ਵਿਚਾਰ ਕੀ ਆ? ਬਾਣੀ ਦੀ ਇਹ ਗੱਲ ਆਈ ਹੈ ਤੇ ਫਿਰ ਬਾਣੀ ਦੀ ਗੱਲ ਤੇ ਮੈਨੂੰ ਬੋਲਣ ਦਾ ਹੱਕ ਪੂਰਾ ਹੈਗਾ ਵਾ, ਕਿਉਂਕਿ ਬਾਣੀ ਨੂੰ ਅਸੀਂ ਐ ਨਹੀਂ ਕਹਿ ਸਕਦੇ ਕਿ ਬਾਣੀ ਵਿਰੋਧ ਕਰਦੀ ਹੈ। ਬਾਣੀ ਵਿਰੋਧ ਨਹੀਂ ਕਰਦੀ, ਬਾਣੀ ਸੰਵਾਦ ਰਚਾਉਂਦੀ ਹੈ, ਠੀਕ ਹੈ। ਤੁਹਾਨੂੰ ਇਹ ਪਤਾ ਫਿਰ ਮੇਰੀ ਗੱਲ ਸੁਣੋ। ਨਹੀਂ ਇੱਕ ਗੱਲ ਮੀਤ ਜੀ, ਕੀ ਹੁੰਦਾ? ਸੰਵਾਦ ਹੁੰਦਾ ਹੈ ਬਾਬਾ ਜੀ, ਵਿਚਾਰ ਹੁੰਦਾ ਵਾ। ਵਿਰੋਧ ਕੀ ਹੁੰਦਾ? ਵਿਰੋਧ ਹੁੰਦਾ ਕਿਸੇ ਚੀਜ਼ ਦਾ ਬਿਲਕੁਲ ਉਲਟ ਜਾਣਾ। ਉਲਟ ਨਹੀਂ ਮੀਤ ਜੀ, ਜੇ ਆਤਮਵਾਦ ਵਿੱਚ ਮੀਤ ਜੀ ਇੱਕ ਮਿੰਟ ਜੇ ਸੰਵਾਦ ਦੀ ਗੱਲ ਹੈ, ਸੌਰੀ ਮੈਂ ਤੁਹਾਨੂੰ ਟੋਕ ਰਿਹਾ ਸੀਗਾ। ਬਾਣੀ ਵਿਰੋਧ ਨਹੀਂ ਕਰਦੀ, ਬਾਣੀ ਕਰਮ ਕਾਂਡਾਂ ਨਾਲ ਵੀ ਸੰਵਾਦ ਰਚਾਉਂਦੀ ਹੈ ਕਿ ਜੇ ਕਰਮ ਕਾਂਡ ਇਹ ਗਲਤ ਆ ਤੇ ਕਿਉਂ ਗਲਤ ਆ, ਇਹਨੂੰ ਕਿਉਂ ਨਹੀਂ ਮੰਨਣਾ ਚਾਹੀਦਾ, ਇਹਦੇ ਸਾਹਮਣੇ ਕਿਹੜੀ ਚੀਜ਼ ਸਹੀ ਆ ਜਿਹੜੀ ਕਰਨੀ ਚਾਹੀਦੀ ਹੈ। ਬਾਣੀ ਇਹ ਗੱਲ ਕਰਦੀ ਹੈ। ਬਾਣੀ ਕਿਸੇ ਕਰਮ ਕਾਂਡ ਨੂੰ ਵੀ ਸਿੱਧਾ ਨਹੀਂ ਨਿੰਦਦੀ ਕਿ ਤੁਸੀਂ ਐ ਨਾ ਕਰੋ। ਜੇ ਬਾਬੇ ਨਾਨਕ ਨੇ ਜਨੇਊ ਪਾਉਣ ਵਾਲੀ ਗੱਲ ਜੇ ਕਿਤੇ ਆਪਣੀ ਮਨਾਹੀ ਕੀਤੀ ਤੇ ਬਾਬੇ ਨਾਨਕ ਨੇ ਕਿ ਜੇ ਮੈਂ ਤੇਰਾ ਜਨੇਊ ਨਹੀਂ ਪਾਉਂਦਾ, ਬਾਬੇ ਨੇ ਵਿਚਾਰ ਪੇਸ਼ ਕੀਤੇ ਕਿ ਜੇ ਤੇਰੇ ਕੋਲ ਏਦਾਂ ਦਾ ਜਨੇਊ ਹੈਗਾ ਆ ਜਿੱਦਾਂ ਦਾ ਮੈਂ ਚਾਹੁੰਦਾ ਆ ਤੇ ਮੈਂ ਜਨੇਊ ਪਾ ਲਵਾਂਗਾ। ਪਰ ਉਸ ਕੋਲ ਉਹਨਾਂ ਵਿਚਾਰਾਂ ਦੇ ਜਵਾਬ ਨਹੀਂ ਸੀ ਹੈਗੇ। ਇੱਥੇ ਬਾਬੇ ਨਾਨਕ ਦੀ ਜਿੱਤ ਹੋਈ। ਹੁਣ ਕਰਮਜੀਤ ਜੀ ਹਾਂ ਕਰਿਓ ਜੀ। ਤੁਸੀਂ ਕੁਝ ਬੋਲ ਰਹੇ ਸੀ ਜੀ। ਮੈਂ ਇਹ ਗੱਲ ਕਹਿ ਰਿਹਾ ਕਿ ਗੱਲ ਆਪਣੀ ਸ਼ੁਰੂ ਹੋਈ ਸੀ ਕਿ ਇਹ ਕਹਿੰਦੇ ਵੀ ਜੋ ਲੋਕ ਚੰਗਾ ਨਹੀਂ ਸੁਣਦੇ ਗੇ, ਮਾੜਾ ਸੁਣਦੇ, ਇਸ ਕਰਕੇ ਉਹ ਗਾਉਂਦੇ। ਮੈਂ ਤਾਂ ਗੱਲ ਇਹ ਕਹਿ ਰਿਹਾ ਸੀ, ਬਾਬੇ ਨਾਨਕ ਨੇ ਜਦੋਂ ਕੂੜ ਦਾ ਰਾਜ ਸੀਗਾ, ਚਾਰੇ ਪਾਸੇ ਹਨੇਰਾ ਸੀ, ਉਹਨਾਂ ਨੇ ਵਗਦੀ ਗੰਗਾ 'ਚ ਹੱਥ ਨਹੀਂ ਧੋਏ ਗੇ, ਉਲਟੇ ਰੁੱਖ ਪ੍ਰਵਾਜ ਭਰੀ ਉਹਨਾਂ ਨੇ।
ਹਾਂਜੀ ਉਹ ਕੰਮ ਅਸੀਂ ਜਿਵੇਂ ਕਰ ਹਵਾ ਰਹੇ ਆ ਨਾ, ਚੱਲਦੀ ਸੀਗੀ, ਜਿਹੜੇ ਉਲਟੇ ਰੁੱਖ ਗੱਲ ਪਰਵਾਹ ਸੁਣ ਲਓ, ਉਹ ਗੱਲ ਕੰਮ ਸੁਣ ਤਾਂ ਸਾਹਿਤ ਲਓ। ਕਰਾਂ ਦਾ ਆ, ਉਹ ਸਾਡਾ ਕੰਮ ਗੱਲ ਹੈ, ਉਹ ਸੁਣ ਸਿੱਧੂ ਤਾਂ ਮੂਸੇਵਾਲੇ ਲਓ। ਦਾ ਕੰਮ ਨਹੀਂ ਹੈਗਾ। ਸਿੱਧੂ ਫਿਰ ਮੂਸੇਵਾਲਾ ਤੁਸੀਂ ਕੂੜ ਆ, ਸਪੋਰਟ ਕਰੀ ਜਾਂਦੇ ਫਿਰ ਸਿੱਧੂ ਮੂਸੇਵਾਲੇ ਨੂੰ ਮੈਂ ਕੂੜ ਕਹਿ ਰਿਹਾ, ਤੁਸੀਂ support ਬਾਬਾ ਜੀ ਕਰੀ ਕਿਹੋ ਜੀ ਗੱਲ ਕਰ ਰਹੇ ਹੋ? ਮੈਂ ਕੂੜ ਕਹਿ ਰਿਹਾ ਉਹਨੂੰ, ਮੈਂ ਕਹਿ ਰਿਹਾ ਉਹ ਕੂੜ ਆ। ਬਸ ਫਿਰ ਜਿਹੜਾ ਤੁਸੀਂ ਬਾਬੇ ਮੰਨਦੇ ਹੋ ਨਾਨਕ ਨੇ ਕੂੜ ਹੈ? ਕੰਮ ਕੀਤਾ, ਜਿਹੜੇ ਬਾਬੇ ਨਾਨਕ ਦੇ ਜਿਸ ਮਾਰਗ ਤੇ ਸਾਨੂੰ ਚੱਲਣ ਨੂੰ ਕਿਹਾ ਸੀ, ਉਹ ਸਾਹਿਤਕਾਰ ਜਿਹੜੇ ਚੰਗੇ ਸਾਹਿਤਕਾਰ ਉਹ ਚੱਲ ਰਹੇ ਆ, ਉਹਨਾਂ ਆਪਣੀ ਗੱਲ ਕਰਨੀ ਆ। ਅਸੀਂ ਉਹਨਾਂ ਸਵਾਦ ਰਚਾਉਣਾ ਵਾ, ਅਸੀਂ ਉਹਨੂੰ ਇਦਾਂ ਨਹੀਂ ਕਹਿਣਾ ਸਿੱਧੂ ਮੂਸੇਵਾਲੇ ਦੇ ਥੱਲੇ ਗਲਤ ਮਲਤ ਗੱਲਾਂ ਕਰ ਦੇਣੀਆਂ, ਗਾਲਾਂ ਕੱਢ ਕੇ ਉਹਨੂੰ ਸਗੋਂ ਹੋਰ ਭੜਕਾਉਣਾ। ਨਹੀਂ ਇਹ ਤਾਂ ਆਪਣੇ ਚੋਂ ਆਪਾਂ ਤਿੰਨ ਤਿੰਨ ਜੁੜੇ ਹੋਏ ਆ, ਬਹੁਤ ਆਪਾਂ ਸੂਝਵਾਨ ਵਿਚਾਰ ਹੀ ਸੱਜਣ ਕਰ ਨੇ, ਰਹੇ ਹਾਂ। ਬਿਲਕੁਲ ਵਿਚਾਰ ਹੀ ਕਰ ਰਹੇ ਆ ਆਪਾਂ ਆਪਾਂ। ਉਸ ਗੱਲ ਦਾ ਤਾਂ ਹੀ ਵਿਚਾਰ ਕਰ ਰਹੇ ਹਾਂ ਕਿ ਇੱਕ ਸਿੰਗਰ ਇਹ ਗੱਲ ਕਹਿ ਕੇ ਫਰਕ ਨਹੀਂ ਹੋ ਸਕਦਾ ਕਿ ਮੇਰਾ ਵਪਾਰ ਆ, ਮੈਂ ਜੀ। ਮਾੜਾ ਲਿਖੂੰਗਾ, ਮੈਨੂੰ ਪੈਸਾ ਸ਼ੋਹਰਤ ਮਿਲੇ, ਇਸ ਦੇਖੋ ਕਰਕੇ ਮੈਨੂੰ ਉਹ ਕੋਈ- ਇੱਕ ਮਿੰਟ ਵਾਸਤੇ ਤੁਸੀਂ ਇੱਕ ਮਿੰਟ ਵਾਸਤੇ ਰੁਕੋਗੇ? ਆਪਣੇ ਨਾਲ ਤੀਜੇ ਦੋਸਤ ਜੁੜੇ ਹੋਏ ਸੀਗੇ, ਰਮਨ ਖੋਸਾ ਨੂੰ। ਹੈਲੋ, ਉਹਨਾਂ ਨੇ ਕਹਿ ਸੀ ਕਿ ਮੂਰਖੇ ਨਾਲ ਲੁੱਝੀਏ, ਤੇ ਅਸੀਂ ਕਾਹਤੋਂ ਉਹਨਾਂ ਨਾਲ ਉਲਝਾਂਦੇ ਆ? ਉਹਨਾਂ ਦਾ ਕੌਣ ਉਲਝ ਰਿਹਾ? ਉਹਨਾਂ ਦਾ ਤਾਂ ਜੋ ਉਹ ਜਿਹੜਾ ਉਹ ਪਾਸਾ ਰੱਖ ਰਹੇ ਆ ਜੀ ਸਮਾਜ ਦੇ ਵਿੱਚ, ਦੂਜਾ ਪੱਖ ਰੱਖ ਰਹੇ ਆ। ਦੇਖੋ ਅਸੀਂ ਫਿਰ ਇਹ ਗੱਲ ਕਹਿੰਦੇ ਆ ਕਿ ਅਸੀਂ ਮਾੜੇ ਤੋਂ ਡਰ ਕੇ ਅਸੀਂ ਸਿਰਫ ਉਹਦਾ ਵਿਰੋਧ ਕਰ ਸਕਦੇ, ਅਸੀਂ ਉਹਦੇ ਸਾਹਮਣੇ ਚੰਗੀ ਚੀਜ਼ ਪੇਸ਼ ਕਰਨ ਦੀ ਨਾ ਤੇ ਸਾਡੇ ਸਾਹਿਤ ਕੋਲ ਦਮ ਹੈਗਾ ਤੇ ਨਾ ਸਾਡੇ ਸਾਹਿਤਕਾਰਾਂ ਨਹੀਂ, ਇਹ ਗੱਲ ਮੀਤ ਜੀ ਤੁਸੀਂ ਡੀਮੋਟੀਵੇਟ ਕਰ ਰਹੇ ਹੋ ਸਾਹਿਤਕਾਰਾਂ ਨੂੰ ਵੀ। ਇਸ ਗੱਲ ਤੇ ਆਪਣੇ ਕੋਲੇ ਬਹੁਤ ਕੁਝ ਹੈਗਾ, ਬਹੁਤ ਕੁਝ ਹੈਗਾ ਆਪਣੇ ਕੋਲੇ, ਆਪਾਂ ਬਹੁਤ ਕੁਝ ਦੇ ਸਕਦੇ ਹਾਂ। ਨਹੀਂ ਵੀਰ ਦੇ, ਜੇ ਤੇ ਆਪਾਂ ਗੱਲਾਂ ਤੇ ਜਾਈਏ ਤੇ ਸਿੱਧੂ ਮੂਸੇਵਾਲਾ ਇੱਕ ਕੂੜ ਇੰਨਾ ਕਿ ਉਹਦਾ ਪਾਵਰਫੁੱਲ ਆ ਕਿ ਕੋਈ ਹੋਰ ਸਾਹਿਤ ਜਿਹੜਾ ਵਾ ਉਹ ਮਤਲਬ ਕਿ ਅਸੀਂ ਸਾਹਿਤਕਾਰ ਨਹੀਂ ਕਰ ਸਕਦੇ, ਅਸੀਂ ਸਿਰਫ ਉਹਦਾ ਵਿਰੋਧ ਕਰ ਸਕਦੇ। ਮੇਰਾ ਇੱਥੇ ਗੱਲ ਇਹ ਹੈ ਕਿ ਵੀਰ ਜੇ ਉਹਦਾ ਆਪਾਂ ਸਿੱਧੂ ਮੂਸੇਵਾਲੇ ਦੇ ਗਾਣੇ ਆਉਂਦੇ ਆ ਨਾ, ਉਹਦੇ ਨਾਲ ਜਿਹੜੀ ਚੀਜ਼ ਚੰਗੀ ਆਉਂਦੀ ਆ ਉਹਨੂੰ ਪ੍ਰਮੋਟ ਕਰੋ, ਉਹਦਾ ਵਿਰੋਧ ਨਾ ਕਰੋ। ਵਿਰੋਧ ਕਰਕੇ ਅਸੀਂ ਸਗੋਂ ਆਪਣੇ ਖੇਤਰ ਵਿੱਚ ਵੀ ਉਹਦੀ ਹੀ ਚਰਚਾ ਕਰਦੇ ਆ, ਜਿਹੜਾ ਕਿ ਸਾਡਾ ਕੰਮ ਨਹੀਂ ਹੈਗਾ। ਸਾਡਾ ਕੰਮ ਕੀ ਆ, ਚੰਗੀ ਚੀਜ਼ ਨੂੰ ਅੱਗੇ ਲੈ ਕੇ ਆਉਣਾ। ਨਹੀਂ, ਤੁਸੀਂ ਇਹ ਕਹਿ ਰਹੇ ਆ ਕਿ ਫਲਾਨਾ ਗੀਤ ਆਇਆ ਤੇ ਉਹਦੀ ਬਹਿਸ ਨਹੀਂ ਹੋਈ ਜਾਂ ਹੋਰ ਕੁਛ ਆ, ਜਿਹੜੀ ਚੀਜ਼ ਆ ਗਈ ਲੋਕਾਂ ਨੇ ਸੁਣ ਲਈ ਤੇ ਕਿਸੇ ਨੂੰ ਸਕੂਨ ਮਿਲਿਆ ਉੱਤੇ ਬਹਿਸ ਕਰਨੀ ਹੋਣੀ। ਹਾਂ, ਸਭ ਤੋਂ ਨਾਲੇ ਦੁਨੀਆ ਸਭ ਤੋਂ ਇੰਡੀਆ ਦਾ ਵੱਧ ਚੱਲਣ ਵਾਲਾ ਗੀਤ। ਵੀਰ ਜੀ ਮੈਂ ਬਹਿਸ ਕਰਨੀ ਨਹੀਂ ਗੱਲ ਕੀਤੀ, ਨਾ ਤੁਸੀਂ ਕਹਿੰਦਾ ਲੌਂਗ ਫਿਰ ਦੇਖੋ ਫਿਰ ਗੱਲ ਉੱਥੇ ਆ ਗਈ, ਗੱਲ ਫਿਰ ਉੱਥੇ ਆ ਗਈ। ਮੈਂ ਬਹਿਸ ਕਰਨ ਦੀ ਗੱਲ ਨਹੀਂ ਕੀਤੀ, ਮੈਂ ਕਿਹਾ ਵੀਰ ਜੀ ਕਿਉਂ ਨਹੀਂ ਉਸ ਗੀਤ ਨੂੰ ਸਲਾਉਣ ਦੇ ਲਈ ਵੀ ਕਿਤੇ ਸਾਡੇ ਯਤਨ ਹੋਏ। ਜੇ ਸਾਹਿਤਕਾਰ ਵੇਖੋ ਜੀ, ਮੈਂ ਸਿੱਧੀ ਗੱਲ ਕਹਿਣਾ, ਸਾਹਿਤਕਾਰ ਕਿੱਦਾਂ ਦੇ ਲੋਕ ਆ, ਸਾਹਿਤਕਾਰ ਇਸ ਵਕਤ ਹੋ ਰਹੀ ਹੈ ਨਾ ਗੱਲ ਜੀ, ਇਸ ਵਕਤ ਉਹ ਗੀਤ ਦੀ ਗੱਲ ਹੋ ਰਹੀ ਹੈ ਨਾ। ਇਸ ਵਕਤ ਆਪਾਂ ਜੇ ਇਸ ਗੀਤ ਨੂੰ ਭੰਡ ਰਹੇ ਆ, ਨਾਲ ਨਾਲ ਉਸ ਗੀਤ ਨੂੰ ਸਲਾਹ ਵੀ ਰਹੇ ਆ ਔਰ ਚੰਗੇ ਗਾਇਕਾਂ ਨੂੰ ਵੀ ਸਲਾਹ ਰਹੇ ਆ, ਆਪਾਂ ਇੱਥੇ ਗੱਲ ਕਰ ਰਹੇ ਆ। ਵਰਿੰਦਰ ਜੀ ਮੈਂ ਇੱਕ ਗੱਲ ਰੱਖਣੀ ਚਾਹੁੰਦਾ ਜੀ, ਇਹ ਬਾਈ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ, ਜਿਹੜੀ ਪ੍ਰਮੋਟ ਕਰਨ ਵਾਲੀ ਗੱਲ ਆ ਜੀ। ਦੇਖੋ ਸਾਡਾ ਸਮਾਜ ਵੰਡਿਆ ਹੋਇਆ ਦੋ ਜਮਾਤਾਂ ਚ ਜੀ, ਇੱਕ ਲੁੱਟ ਕਰਨ। ਆਪਣੇ ਕੋਲ ਸਮਾਂ ਬਹੁਤ ਥੋੜਾ ਕਰਮਜੀਤ ਜੀ। ਹਾਂਜੀ ਬਾਬਾ ਜੀ, ਉਹ ਤੇ ਇੱਥੇ ਨਾ ਹਰ ਇੱਕ ਚੀਜ਼ ਦਾ ਜਮਾਤੀ ਕਿਰਦਾਰ ਆ, ਕਲਾਸ ਕਰੈਕਟਰ ਆ, ਹਰ ਇੱਕ ਚੀਜ਼ ਦਾ ਕੋਈ ਵੀ ਚੀਜ਼ ਨਿਰਪੱਖ ਨਹੀਂ ਹੁੰਦੀ। ਹਾਂਜੀ, ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਪੱਖ ਹੁੰਦਾ, ਜਾਂ ਪੱਖ ਜਾਊ ਤਾਂ ਵਿਰੋਧ ਦੇ ਵਿੱਚ ਜਾਊਗੀ। ਸਾਡੀ ਗਾਇਕੀ ਦੇ ਵਿੱਚ ਵੀ ਇਹ ਜਮਾਤੀ ਕਰੈਕਟਰ ਦੇਖਣ ਨੂੰ ਮਿਲਦਾ। ਰਣਜੀਤ ਬਾਵਾ ਦਾ ਗੀਤ ਆਇਆ ਮੇਰਾ ਕੀ ਕਸੂਰ ਜੀ, ਹਾਂਜੀ, ਗੱਲ ਮਾੜੇ ਦੀ ਕੀਤੀ ਨਾ, ਹਾਂਜੀ ਹਾਂਜੀ ਮਾੜੇ ਦੀ ਕੀਤੀ, ਪਰਚਾ ਹੋਇਆ ਤੇ ਜੇਲ੍ਹ ਜਾਣ ਦਾ ਵੀ ਡਰ ਸੀ। ਹਾਂਜੀ ਠੀਕ ਹੈ। ਸਿੱਧੂ ਮੂਸੇਵਾਲਾ ਦੇ ਗੀਤਾਂ ਦੇ ਵਿੱਚ ਗੱਲ ਤਕੜਿਆਂ ਜਰਵਾਣਿਆਂ ਦੀ ਕਰਦਾ, ਸਾਡਾ ਚੱਲਦਾ ਧੱਕਾ ਸੀ ਤਾਂ ਕਰਦੇ। ਠੀਕ ਹੈ। ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਕਾਲੇ ਤੌਰ ਤੇ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮੌਤ ਦੇ ਘਾਟ ਉਤਾਰਿਆ। ਉਹ ਇਹ ਗੀਤ ਚ ਕਹਿ ਰਿਹਾ ਵੀ ਯਾਰ ਬਣਾਏ SHO SSP DC ਜੀ। ਠੀਕ ਹੈ। ਗੱਲ ਗਾਇਕੀ ਦੋ ਤਰ੍ਹਾਂ ਦੀ ਹੈ, ਗਾਇਕੀ ਦੇ ਵਿੱਚ ਮਾੜੇ ਤੇ ਤਕੜੇ ਦੀ ਗੱਲ ਹੋਣੀ। ਠੀਕ ਹੈ। ਮਾੜੇ ਦੀ ਗੱਲ ਹੋਈ, ਮੇਰਾ ਕੀ ਕਸੂਰ ਗੀਤ ਕੀਤੀ ਰਣਜੀਤ ਬਾਵਾ ਨੇ, ਵਰਿੰਦਰ ਤੁਹਾਨੂੰ ਪਤਾ ਬਿਲਕੁਲ ਜੀ। ਉਹ ਗੱਲ ਇਹ ਹੈ ਕਿ ਨੱਚ ਇਹਨਾਂ ਗਾਣਿਆਂ ਤੇ ਉਹ ਰਹੇ ਹੁੰਦੇ ਆ ਜਿਹੜੇ ਮਾੜੇ ਘਰਾਂ ਤੋਂ ਬਿਲੋਂਗ ਕਰਦੇ ਆ। ਇਹ ਮੁਹਿੰਮ ਚਲਾਈ, ਹਾਲਾਂਕਿ ਇਹ ਬਹੁਤ ਥਾਵਾਂ ਤੋਂ ਗੱਲ ਆਈ ਕਿ ਰਣਜੀਤ ਬਾਵਾ ਅਕਾਲੀਆਂ ਦਾ ਬੰਦਾ, ਉਹ SOI ਦਾ ਮੈਂਬਰ ਰਿਹਾ। ਠੀਕ ਹੈ। ਪਰ ਅਸੀਂ ਧਿਆਨ ਕੇਂਦਰਿਤ ਕੀਤਾ ਇਸ ਗੀਤ ਤੇ, ਜਿਹਦੇ ਵਿੱਚ ਦਲਿਤ ਦੀ ਗੱਲ ਹੋਈ ਹੈ, ਜਿਹਦੇ ਵਿੱਚ ਮਾੜੇ ਦੀ ਗੱਲ ਹੋਈ ਹੈ, ਜਿਹਦੇ ਪੱਖ ਸਾਡੇ ਗੁਰੂ ਖੜੇ ਆ। ਪੂਰੀ ਬੰਦਾ ਬਹਾਦਰ ਦੀ ਲਹਿਰ। ਵਰਿੰਦਰ ਜੀ ਫਿਰ ਤੇ ਆਪਾਂ ਮੈਂ ਕਹਿੰਦਾ ਕਿ ਇੱਕ ਬਹਿਸ ਆਪਾਂ ਨਾ ਮੇਰਾ ਕੀ ਜੀ, ਹਾਂਜੀ ਸੌਰੀ ਆਵਾਜ਼ ਕੱਟ ਰਹੀ। ਇਸ ਗੀਤ ਤੇ ਪੂਰੀ ਮੂਵਮੈਂਟ ਚਲਾਈ ਸਾਰੇ ਪੰਜਾਬ ਦੀ ਸਾਰੀ ਜਵਾਨੀ ਨੂੰ ਕਿਹਾ ਕਿ ਆਪਦੀ ਆਵਾਜ਼ ਚ ਗਾ ਕੇ ਨਾ, ਪੁਲਿਸ ਕਹਿ ਰਹੀ ਹੈ ਕਿ ਪਰਚੇ ਕਰਾਂਗੇ, ਸ਼ਿਵ ਸੈਨਾ ਵਾਲੇ ਕਹਿ ਰਹੇ ਆ ਪਰਚੇ ਕਰਾਂਗੇ। ਬਿਲਕੁਲ ਉਸ ਮਸਲੇ ਤੇ ਆਪਣੀ ਗੱਲਬਾਤ ਹੋਈ ਸੀ ਕਰਮਜੀਤ ਜੀ, GT ਰੋਡ FM ਤੇ ਹੋਈ ਸੀ। ਠੀਕ
ਠੀਕ ਹੈ। ਗੱਲ ਜਿਹੜੀ ਪ੍ਰਮੋਟ ਕਰਨ ਵਾਲੀ ਗੱਲ ਕਹਿੰਦੇ ਚੰਗੇ ਨੂੰ ਪ੍ਰਮੋਟ ਕਿਉਂ ਨਹੀਂ ਕਰਦੇ, ਮੈਂ ਤਾਂ ਉਹਦਾ ਜਵਾਬ ਦਿੱਤਾ ਸੀਗਾ। ਜਿਹੜੀ ਗੱਲ ਪ੍ਰਮੋਟ ਕਰਨ ਵਾਲੀ ਉਹ ਪ੍ਰਮੋਟ ਕੀਤੀ ਵੀ ਜਾਂਦੀ ਹੈ। ਜੀ ਬਿਲਕੁਲ, ਤੁਸੀਂ ਪ੍ਰਮੋਟ ਕੀਤਾ ਸੀ ਆਪਣੀ GT ਰੋਡ FM ਤੇ ਵੀ ਇਹ ਗੱਲ ਹੋਈ ਸੀਗੀ, ਔਰ ਅੱਗੇ ਤੋਂ ਵੀ ਅਸੀਂ ਇਹੋ ਜਿਹੇ ਕਾਰਜ ਕਰਦੇ ਰਹੀਏ। ਮੈਂ ਉਮੀਦ ਕਰਦਾ ਦੋਵਾਂ ਦੋਸਤਾਂ ਤੋਂ ਹੀ। ਤੇ ਆਪਣੇ ਨਾਲ ਤੀਸਰੇ ਦੋਸਤ ਜੁੜੇ ਹੋਏ ਸੀ ਰਮਨ ਖੋਸਾ। ਰਮਨ ਜੀ ਜੁੜੇ ਹੋਏ ਹੋ? ਹੈਲੋ, ਸੌਰੀ ਉਹਨਾਂ ਦਾ ਕਨੈਕਸ਼ਨ ਕੱਟਿਆ ਗਿਆ ਹੋਣਾ। ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੇ ਕੋਈ ਹੋਰ ਗੱਲਬਾਤ ਹੋਵੇ ਅਮੀਤ ਜੀ। ਹਾਂ ਇੱਕ ਮੈਂ ਹੁਣ ਇਹ ਦੇਖੋ, ਹੁਣ ਇਸੇ ਬਹਿਸ ਵਿੱਚੋਂ ਸਾਬਤ ਹੋ ਕੇ ਕੀ ਨਿਕਲਿਆ ਕਿ ਮੈਂ ਮਤਲਬ ਕਿ ਕਹਿ ਸਕਦੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਹੱਕ ਵਿੱਚ ਗੱਲ ਕਰ ਰਿਹਾ, ਪਰ ਮੈਂ ਫਿਰ ਵੀ ਕਹਿੰਦਾ ਮੈਂ ਸਿੱਧੂ ਮੂਸੇਵਾਲੇ ਦੇ ਹੱਕ ਵਿੱਚ ਗੱਲ ਨਹੀਂ ਕਰ ਰਿਹਾ। ਮੈਂ ਗੱਲ ਕਰ ਰਿਹਾ ਆਪਣੇ ਸਿਸਟਮ ਦੀ, ਆਪਣੇ ਸਿਸਟਮ ਦੀ, ਕਿ ਸਿਸਟਮ ਕੀ ਚੀਜ਼ ਆ, ਇਸ ਨੂੰ ਕਿਸ ਤਰੀਕੇ ਨਾਲ। ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ, ਮੈਂ ਵਰਿੰਦਰ ਵੀਰ ਜਾਣਦਾ ਵਾ ਮੇਰੇ ਸੁਭਾਅ ਨੂੰ ਜਾਂ ਕਿੱਦਾਂ। ਮੈਂ ਤੁਹਾਨੂੰ ਹੁਣ ਵੀ ਕਹਿਣਾ, ਮਾੜੇ ਦਾ ਵਿਰੋਧ ਕਰਨ ਨਾਲੋਂ ਚੰਗੇ ਨੂੰ ਪ੍ਰਮੋਟ ਕਰ ਲਈਏ ਤਾਂ ਵਧੀਆ ਰਹੂਗਾ ਜੀ। ਤੇ ਇਹਨਾਂ ਨੇ ਦੱਸਿਆ ਕਿ ਮੈਂ ਕੀਤਾ ਜੀ। ਇੱਕ ਪਾਸੇ ਤੁਸੀਂ ਕਹਿ ਰਹੇ ਕਿ ਕੂੜ ਦੇ ਪ੍ਰਚਾਰ ਵਿੱਚ ਬਾਬੇ ਨਾਨਕ ਹੁਣ ਆਪਣੇ ਵਿਚਾਰ ਪੇਸ਼ ਕੀਤੇ, ਚੰਗੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਤੇ ਲੋਕ ਉਹਨਾਂ ਨਾਲ ਜੁੜੇ। ਕਿਉਂ ਨਾ ਅਸੀਂ ਇਹੋ ਜਿਹੀ ਕੋਸ਼ਿਸ਼ ਕਰਨੀ ਕਿ ਅਸੀਂ ਆਪਣੇ ਚੰਗੇ ਵਿਚਾਰ ਅੱਗੇ ਰੱਖੀਏ, ਲੋਕ ਸਾਡੇ ਨਾਲ ਜੁੜਨ। ਅਸੀਂ ਸਿੱਧੂ ਮੂਸੇਵਾਲਾ ਜੇ ਆਪਣੇ ਨਾਲ ਇੰਨੇ ਲੋਕ ਜੋੜ ਸਕਦਾ ਤੇ ਅਸੀਂ ਕਿਉਂ ਨਹੀਂ ਜੁੜ ਸਕਦੇ? ਚੰਗੇ ਪਾਸੇ ਉਹ ਲੋਕ ਕਿਉਂ ਨਹੀਂ ਜੁੜ ਸਕਦੇ? ਤੁਸੀਂ ਗੱਲ ਕਰ ਰਹੇ ਹੋ, ਜਮਾਤ ਦੀ ਗੱਲ ਕਰ ਰਹੇ ਹੋ, ਇੱਦਾਂ ਕਰ ਰਹੇ ਹੋ, ਇਹ ਮਤਲਬ ਕਿ ਤੁਹਾਡੇ ਇੱਥੇ ਤੁਹਾਡੀ ਵਿਚਾਰਧਾਰਾ ਝਲਕ ਪੈਂਦੀ ਹੈ, ਤੁਸੀਂ ਕਿਸ ਵਿਚਾਰਧਾਰਾ ਨਾਲ ਸੰਬੰਧ ਰੱਖਦੇ ਜੀ। ਜਦੋਂ ਕਿਸੇ ਆਪਾਂ ਗੱਲ ਕਰਦੇ ਨਾ ਕਿਸੇ ਮੁੱਦੇ ਉੱਤੇ, ਜਿਹੜਾ ਮੁੱਦਾ ਕਿਸੇ ਵਿਚਾਰਧਾਰਾ ਨਾਲ ਸੰਬੰਧਿਤ ਨਾ ਹੋਵੇ, ਜਦੋਂ ਹੋ ਸਕੇ ਤਾਂ ਵਿਚਾਰ ਏਦਾਂ ਪੇਸ਼ ਕੀਤੇ ਜਾਣ ਕਿ ਨਿਰਪੱਖ ਰਹੀਏ, ਕਿਸੇ ਵਿਚਾਰਧਾਰਾ ਨੂੰ ਆਪਣੇ ਜੋ ਝਲਕਣ ਨਾ ਦਿੱਤਾ ਜਾਵੇ। ਠੀਕ ਹੈ। ਹੁਣ ਵੇਖੋ ਦੂਸਰੀ ਗੱਲ ਇਹ ਆ, ਵੇਖੋ ਮੇਰੀ ਗੱਲ ਸੁਣੋ, ਦੂਸਰੀ ਗੱਲ ਇਹ ਆ ਕਿ ਹੁਣ ਮੁੱਕਦੀ ਗੱਲ ਅੱਜ ਦੇ ਵਿਚਾਰ ਸਿੱਧੂ ਮੂਸੇਵਾਲੇ ਤੇ ਹੀ। ਠੀਕ ਹੈ। ਸਿੱਧੂ ਮੂਸੇਵਾਲਾ, ਮੈਂ ਉਹਦਾ ਵਕੀਲ ਨਹੀਂ ਹੈਗਾ, ਨਾ ਮੈਂ ਉਹਦਾ ਮਤਲਬ ਕਿ ਬਹੁਤ ਤਗੜਾ ਸਮਰਥਕ ਹਾਂ। ਮੈਂ ਜੇ ਉਹਦੇ ਵਿਰੋਧ ਪੋਸਟਾਂ ਪਾਈਆਂ ਤੇ ਮੈਂ ਪਾਈਆਂ ਵੀ ਆ, ਜੇ ਉਹਦੇ ਹੱਕ 'ਚ ਕੋਈ ਗੱਲ ਹੈਗੀ ਤੇ ਮੈਂ ਉਹਦੀ ਵੀ ਪੋਸਟ ਪਾਈ ਆ। ਮੈਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਿਹਾ ਵਾ। ਹੁਣ ਸਿੱਧੂ ਮੂਸੇਵਾਲੇ ਦਾ ਵੇਖੋ, ਮੈਂ ਉਹਨੂੰ ਸਿੱਧੀ ਗੱਲ ਜਦੋਂ ਪਹਿਲਾਂ ਹੀ ਕਹਿ ਦਿੱਤੀ ਕਿ ਉਹ ਇੱਕ ਆਪਣਾ ਵਪਾਰ ਕਰਦਾ, ਇਟ ਮੀਨਸ ਕਿ ਉਹ ਵਪਾਰੀ ਆ। ਮੈਂ ਉਹਦੇ ਲੋ ਇਹ ਨਹੀਂ, ਮੈਂ ਉਹਨੂੰ ਚੰਗਾ ਤਾਂ ਉੱਥੇ ਨਹੀਂ ਕਹਿ ਦਿੱਤਾ ਮੈਂ, ਕਿਉਂਕਿ ਉਹਦਾ ਕੰਮ ਵਪਾਰ ਕਰਨਾ, ਵਪਾਰ ਨੇ ਆਪਣਾ ਚੰਗਾ ਮਾੜਾ ਵੇਖਣਾ। ਠੀਕ ਹੈ। ਹੁਣ ਦੂਜੀ ਗੱਲ ਇਹ, ਤੇ ਜੇ ਆਪਾਂ ਉਸ ਥਾਂ ਦੇ ਉੱਤੇ ਸਿੱਧੂ ਮੂਸੇਵਾਲੇ ਤੋਂ ਅਗਲੀ ਵਾਰ ਜਦੋਂ ਕੋਈ ਚਰਚਾ ਹੋਵੇ ਸਿੱਧੂ ਮੂਸੇਵਾਲੇ ਨੂੰ ਨਾ ਵਿਸ਼ਾ ਬਣਾ ਕੇ ਕੋਈ ਹੋਰ ਚੰਗੀ ਕੋਈ ਕਿਤਾਬ ਆਈ ਹੈ ਉਹਦੇ ਤੇ ਚਰਚਾ ਕਰਕੇ ਉਹ ਜ਼ਰੂਰ ਕਰਾਂਗੇ ਲਿਆਂਦਾ ਜਾਵੇ। ਜ਼ਰੂਰ ਜੀ। ਤੇ ਹੋ ਸਕਦਾ ਵਾ ਕਿ ਆਪਾਂ ਨੂੰ ਅਗਲੀ ਵਾਰ ਕਿਤੇ ਫਿਰ ਹੋਰ, ਚਲੋ ਆਹ ਤੇ ਹੁਣ ਸਿੱਧੂ ਮੂਸੇਵਾਲੇ ਦੇ ਜੋ ਚੱਲਣ ਦਿਆ, ਹੋ ਸਕਦਾ ਵਾ ਕਿ ਅੱਗੇ ਫਿਊਚਰ ਵਿੱਚ ਹੋਰ 10 ਸਾਲਾਂ ਨੂੰ ਸਾਨੂੰ ਮਤਲਬ ਕਿ ਇੱਦਾਂ ਦੇ ਸਿੰਗਰ ਨਾ ਵੇਖਣੇ ਪੈਣ। ਇਹ ਤੋਂ ਚੰਗਾ ਕਿ ਮਤਲਬ ਕਿ ਹੋ ਸਕਦਾ ਵਾ ਜੇ ਸਾਡੀਆਂ ਵਿਚਾਰਾਂ ਤੋਂ ਲੋਕ ਪ੍ਰਭਾਵਿਤ ਹੋ ਕੇ ਜ਼ਿਆਦਾ ਸਾਹਿਤ ਨਾਲ ਜੁੜ ਜਾਣ ਤੇ ਵਧੀਆ ਵਧੀਆ ਲੇਖਕ ਪੈਦਾ ਹੋਣ, ਸਮਾਜ ਵਿੱਚ ਹੋਰ ਚੰਗੇ ਪਾਸਿਓਂ ਜੇ ਸਾਹਿਤ ਕ੍ਰਾਂਤੀ ਲਿਆਉਂਦਾ ਤੇ ਸਮਾਜ ਵਿੱਚ ਫਿਰ ਕ੍ਰਾਂਤੀ ਵੀ ਆਊਗੀ। ਹਨਾ, ਜੇ ਸਾਹਿਤ ਚੰਗੇ ਦੀ ਗੱਲ ਕਰਦਾ ਵਾ, ਮਾੜੇ ਦੀ ਗੱਲ ਕਰਦਾ ਵਾ ਤੇ ਉਹਦਾ ਕੋਈ ਸਿੱਟਾ ਨਿਕਲਦਾ ਤੇ ਫਿਰ ਹੋ ਸਕਦਾ ਕਿ ਵਧੀਆ ਸਿੱਟਾ ਵੇਖਣ ਨੂੰ ਮਿਲ ਜਾਵੇ। ਹਨਾ, ਜੇ ਆਪਾਂ ਇਸ ਪਾਸੇ ਜਿਵੇਂ ਕਿ ਬਾਬੇ ਨਾਨਕ ਨੇ ਜੋ ਵਿਚਾਰ ਕੀਤੀ, ਕਿ ਉਹਨਾਂ ਨੇ ਗੱਲ ਕੀਤੀ, ਆਪਣੇ ਵਿਚਾਰ ਜਿਹੜੇ ਪੇਸ਼ ਕੀਤੇ, ਉਹਨਾਂ ਦੇ ਨਾਲ ਜਿੰਨੇ ਲੋਕ ਜੁੜੇ ਆ, ਕਹਿ ਸਕਦੇ ਕਿ ਉਹ ਕਿਤੇ ਨਾ ਕਿਤੇ ਸਫਲ ਹੋਏ। ਆਪਣੇ ਨੂੰ ਥੋੜਾ ਬਹੁਤ, ਜੇ ਹੁਣ ਤੇ ਵੇਖੋ ਸਿਸਟਮ ਜਿੱਦਾਂ ਅੱਗੇ ਹਾਲਾਤ ਵਿਗੜਦੇ ਜਾਂਦੇ ਆ, ਬਹੁਤ ਮਾੜਾ ਹੁੰਦਾ ਜਾਂਦਾ, ਪਰ ਕਿਤੇ ਨਾ ਕਿਤੇ ਉਹਨਾਂ ਨੇ ਜਾਤ ਪਾਤ ਨੂੰ ਤੋੜਿਆ। ਜਿਹੜਾ ਮੇਨ ਗੱਲ ਸੀ, ਆਪਣੇ ਵਿਚਾਰ ਪੇਸ਼ ਕੀਤੇ, ਜਾਤ ਪਾਤ ਟੁੱਟੀ। ਹੁਣ ਦੇਖੋ, ਹੁਣ ਉਹ ਜਾਤ ਪਾਤ ਕਿੰਨੀ ਕੁ ਟੁੱਟੀ, ਕਿਸ ਹਿਸਾਬ ਨਾਲ ਟੁੱਟੀ, ਪਰ ਵੇਖੋ ਬਾਕੀ ਧਰਮਾਂ ਨਾਲੋਂ ਇਹ ਮਸਲਿਆਂ ਤੇ ਆਪਾਂ ਫੇਰ ਗੱਲਬਾਤ ਕਰਾਂਗੇ ਜੀ, ਕਿਉਂਕਿ ਹੁਣ ਫਿਲਹਾਲ ਆਪਣੀ ਇਸ ਮਸਲੇ ਤੇ ਗੱਲਬਾਤ ਸੀਗੀ, ਹਨਾ, ਤੇ ਇਸ ਮਸਲੇ ਦੇ ਉੱਪਰ ਤੁਹਾਡੇ ਵਧੀਆ ਵਿਚਾਰ ਰਹੇ ਜੀ। ਹਾਂਜੀ, ਮੈਂ ਉਹੀ ਕਹਿ ਰਿਹਾ ਵਾਂ ਕਿ ਸਾਨੂੰ ਉਸੇ ਤਰ੍ਹਾਂ ਹੀ ਬਾਬੇ ਨਾਨਕ ਦੀ ਅਸੀਂ ਗੱਲ ਕਰਦੇ ਹਾਂ ਨਾ, ਚੰਗੇ ਵਿਚਾਰ ਸਾਨੂੰ ਵੀ ਪੇਸ਼ ਕਰਨੇ ਚਾਹੀਦੇ ਆ, ਕਿਉਂਕਿ ਅਸੀਂ ਬਾਬੇ ਨਾਨਕ ਦੇ ਪੈਰੋਕਾਰ ਹਾਂ, ਅਸੀਂ ਉਹਦੇ ਸਿੱਖ ਹਾਂ ਉਸ ਗੁਰੂ ਦੇ, ਜਿਹਨੇ ਮਾੜਿਆਂ ਦੀ ਗੱਲ ਕੀਤੀ, ਜਿਹਨੇ ਹੱਕ ਦੀ ਗੱਲ ਕੀਤੀ। ਹਨਾ, ਤੇ ਸਾਨੂੰ ਚਾਹੀਦਾ ਕਿ ਸਾਨੂੰ ਉਸਦੇ ਹੀ ਵਿਚਾਰ ਅੱਗੇ ਲੈ ਕੇ ਜਾਣੇ ਚਾਹੀਦੇ ਹਨ। ਸਾਨੂੰ ਉਹਦੇ ਵਿਚਾਰਾਂ ਨੂੰ ਇੰਨਾ ਉੱਚਾ ਚੁੱਕਣਾ ਚਾਹੀਦਾ ਕਿ ਉਹਦੇ ਲਾਗੇ ਸਿੱਧੂ ਮੂਸੇਵਾਲੇ ਦੇ ਵਿਚਾਰ ਜਾਂ ਉਹਦੇ ਕੂੜ ਪ੍ਰਚਾਰ ਜਾਂ ਉਹਦੇ ਗਲਤ ਚੀਜ਼ਾਂ ਨੀਵੀਆਂ ਲੱਗਣ, ਨਾ ਕਿ ਸਾਨੂੰ ਉਸ ਦੀਆਂ ਨੀਵੀਆਂ ਚੀਜ਼ਾਂ ਨੂੰ ਇੰਨਾ ਉੱਚਾ ਚੁੱਕ ਦੇਣਾ ਚਾਹੀਦਾ ਕਿ ਸਾਨੂੰ ਸਾਡੇ ਵਿਚਾਰ ਕਿਤੇ ਨਾ ਕਿਤੇ ਇਹ ਲੱਗਣ ਕਿ ਇਹ ਵਿਚਾਰ ਕਿਤੇ ਨਾ ਕਿਤੇ ਪਿੱਛੇ ਰਹੇ ਨੇ। ਠੀਕ ਹੈ ਗੱਲ ਬਾਈ ਜੀ, ਬਿਲਕੁਲ ਠੀਕ ਹੈ ਗੱਲ ਜੀ। ਕਰਮਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਔਰ ਜੇਕਰ ਕੋਈ ਗੱਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ। ਅਖੀਰ ਦੇ ਵਿੱਚ ਆਪਣੇ ਕੋਲੇ 1 ਮਿੰਟ ਹੀ ਹੈ ਜੀ। ਹਾਂ, ਨਹੀਂ ਬਿਲਕੁਲ ਠੀਕ ਹੈ ਗੱਲ ਇਹਨਾਂ ਦੀ। ਹਾਂਜੀ, ਜਿਹੜੀ ਚੰਗੀ ਚੀਜ਼ ਨੂੰ ਜੇ ਪ੍ਰਮੋਟ ਕਰਾਂਗੇ, ਪਰ ਉਹ 'ਚ ਇਹ ਹੈ ਕਿ ਉਹਦੀਆਂ ਕੋਸ਼ਿਸ਼ਾਂ ਕਿੰਨੀਆਂ ਹੋਣਗੀਆਂ। ਠੀਕ ਹੈ, ਮਾੜੇ ਤੇ ਜ਼ਿਆਦਾ ਬਹਿਸ ਕਰਨ ਦੀ ਬਜਾਏ, ਮਾੜਾ ਤਾਂ ਮਾੜਾ ਹੈਗਾ ਹੀ ਆ,
ਜੀ ਠੀਕ ਹੈ, ਵਧੀਆ ਠੀਕ ਹੈ ਗੱਲ ਇਹਨਾਂ ਦੀ ਹਾਂਜੀ ਕਿ ਜਿਹੜੇ ਚੰਗੇ ਵਿਚਾਰ ਹੈਗੇ ਅਸੀਂ ਰਲ ਮਿਲ ਕੇ ਕੋਸ਼ਿਸ਼ ਹਾਂਜੀ। ਕਰੀਏ ਕਿ ਉਹਨਾਂ ਦੇ ਸਾਹਮਣੇ ਦੂਜੇ ਫਿੱਕੇ ਪੈ ਜਾਣ। ਜੀ ਬਹੁਤ ਧੰਨਵਾਦ ਜੀ ਤੁਹਾਡਾ ਹਾਂ। ਕਰਮਜੀਤ ਜੀ ਔਰ ਮੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਇਹ ਵਿਚਾਰ ਚਰਚਾ ਸਾਡੀ ਬਹੁਤ ਵਧੀਆ ਰਹੀ ਹੈ। ਉਮੀਦ ਕਰਦਾ ਸਾਡੇ ਦੋਸਤਾਂ ਨੂੰ ਵੀ ਪਸੰਦ ਆਈ ਹੋਊਗੀ। ਔਰ ਇਸੇ ਤਰ੍ਹਾਂ ਹੀ ਤੁਸੀਂ ਸੁਣਦੇ ਰਹੋ GT ਰੋਡ FM। ਔਰ ਤੁਹਾਡਾ ਦੋਨਾਂ ਦਾ ਜੀ ਬਹੁਤ ਬਹੁਤ ਧੰਨਵਾਦ, ਮੀਤ ਜੀ ਔਰ ਕਰਮਜੀਤ ਜੀ। ਮਿਹਰਬਾਨੀ ਬਾਈ, ਬਹੁਤ ਬਹੁਤ ਧੰਨਵਾਦ ਜੀ ਔਰ ਤੁਸੀਂ ਸੁਣਦੇ ਰਹੋ GT ਰੋਡ FM। ਸਤਿ ਸ਼੍ਰੀ ਅਕਾਲ।